ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ। सतगुर की सेवा सफल है, जे को करे चित लाए। मन चिंदिया फल पावना, हौमे विचों जाए। सा सेवा कीती सफल है, जित सतगुर का मन मन्ने। जा सतगुर का मन मन्निया, पापक संमल भन्ने। सतगुर की सेवा सफल है, सतगुर की सेवा सफल है। सतगुर की सेवा सफल है, सेवा सफल है। सतगुर की सेवा सफल है, सतगुर की सेवा सफल है। गुर की सेवा सफल है, सतगुर की सेवा सफल है। सतगुर की सेवा सफल है, सतगुर की सेवा सफल है। सतगुर की सेवा सफल है, जे को करे चित लाए। सतगुर की सेवा सफल है, गुर की सेवा सफल है। जे को करे चित लाए। सतगुर की सेवा सफल है, सतगुर की सेवा सफल है। जे को करे चित लाए। सतगुर की सेवा सफल है, सतगुर की सेवा सफल है। मन चिंदिया फल पावना, मन चिंदिया फल पावना। मन चिंदिया फल पावना, मन चिंदिया फल पावना। मन चिंदिया फल पावना, मन चिंदिया फल पावना। मन चिंदिया फल पावना जी, मन चिंदिया फल पावना। मन चिंदिया फल पावना, मन चिंदिया फल पावना। चिंदिया फल पावना, मन चिंदिया फल पावना। हौमे विचों जाए। सतगुर की सेवा सफल है, गुर की सेवा सफल है। जे को करे चित लाए। सतगुर की सेवा सफल है, सतगुर की सेवा सफल है। जे को करे चित लाए। सतगुर की सेवा सफल है, सतगुर की सेवा सफल है। चाकर लगे चाकरी नाले गार बवाद। गल्लां कड़े कनेरियां खसम न पाए साध। आप गवाए सेवा करे, आप गवाए सेवा करे। ता किश पाए मान। नानक जिसनों लगा तिस मिलै, लगा सो प्रवाण। आप गवा के सेवा करिए, ताकि शमान पाईदा। 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 गवा की सेवा करिए, ताकि शमान पाईदा। आप गवा के सेवा करिए, ताकि शमान पाईदा। आप गवा के सेवा करिए, ताकि शमान पाईदा। आप गवा के सेवा करिए,
ਮਾਣ ਪਾਈਦਾ। ਆਪ ਗਵਾ ਕੇ ਸੇਵਾ ਕਰੀਏ ਤਾਂ ਕਿਛ ਮਾਣ ਪਾਈਦਾ। ਆਪ ਗਵਾ ਕੇ ਸੇਵਾ ਕਰੀਏ ਤਾਂ ਕਿਛ ਮਾਣ ਪਾਈਦਾ। ਗਵਾ ਕੇ ਸੇਵਾ ਕਰੀਏ ਤਾਂ ਕਿਛ ਮਾਣ ਪਾਈਦਾ। ਆਪ ਗਵਾ ਕੇ ਸੇਵਾ ਕਰੀਏ ਤਾਂ ਕਿਛ ਮਾਣ ਪਾਈਦਾ। ਮਾਣ ਪਾਈਦਾ ਜੀ ਤਾਂ ਕਿਛ ਮਾਣ ਪਾਈਦਾ। ਮਾਣ ਪਾਈਦਾ ਤਾਂ ਕਿਛ ਮਾਣ ਪਾਈਦਾ। ਹੋ ਮਾਣ ਪਾਈਦਾ ਤਾਂ ਕਿਛ ਮਾਣ ਪਾਈਦਾ। ਹੋ ਮਾਣ ਪਾਈਦਾ ਤਾਂ ਕਿਛ ਮਾਣ ਪਾਈਦਾ। ਮਾਣ ਪਾਈਦਾ ਤਾਂ ਕਿਛ ਮਾਣ ਪਾਈਦਾ। ਮਾਣ ਪਾਈਦਾ ਤਾਂ ਕਿਛ ਮਾਣ ਪਾਈਦਾ। ਤਾਂ ਕਿਛ ਮਾਣ ਪਾਈਦਾ ਜੀ ਤਾਂ ਕਿਛ ਮਾਣ ਪਾਈਦਾ। ਮਾਣ ਪਾਈਦਾ ਜੀ ਤਾਂ ਕਿਛ ਮਾਣ ਪਾਈਦਾ। ਹੋ ਮਾਣ ਪਾਈਦਾ ਤਾਂ ਕਿਛ ਮਾਣ ਪਾਈਦਾ। 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 ਆਪ ਗਵਾ ਕੇ ਸੇਵਾ ਕਰੀਏ ਤਾਂ ਕਿਛ ਮਾਣ ਪਾਈਦਾ। ਆਪ ਗਵਾ ਕੇ ਸੇਵਾ ਕਰੀਏ ਮਾਣ ਪਾਈਦਾ। ਗਵਾ ਕੇ ਸੇਵਾ ਕਰੀਏ ਤਾਂ ਕਿਛ ਮਾਣ ਪਾਈਦਾ। ਆਪ ਗਵਾ ਕੇ ਸੇਵਾ ਕਰੀਏ ਤਾਂ ਕਿਛ ਮਾਣ ਪਾਈਦਾ। ਆਪ ਗਵਾ ਕੇ ਸੇਵਾ ਕਰੀਏ ਤਾਂ ਕਿਛ ਮਾਣ ਪਾਈਦਾ। ਆਪ ਗਵਾ ਕੇ ਸੇਵਾ ਕਰੀਏ ਤਾਂ ਕਿਛ ਮਾਣ ਪਾਈਦਾ। ਅਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ ਗੁਰਗੱਦੀ ਤੇ ਵਿਰਾਜਮਾਨ ਪ੍ਰਤੱਖ ਸਤਿਗੁਰੂ ਸਾਰੀ ਹੀ ਦੁਨੀਆ ਦੇ ਸਾਂਝੇ ਰਹਿਬਰ ਦਸਾਂ ਪਾਤਸ਼ਾਹੀਆਂ ਦੇ ਆਤਮ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜੁੜ ਬੈਠੇ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਆਓ ਮਨ ਬਿਰਤੀਆਂ ਨੂੰ ਥੋੜੇ ਸਮੇਂ ਵਾਸਤੇ ਇਕਾਗਰ ਕਰੀਏ, ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ, ਗੁਰ ਫਤਿਹ ਦੀ ਸਾਂਝ ਪਾਓ। ਸਰਬੱਤ ਸੰਗਤ ਪਿਆਰ ਨਾਲ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਮਹਾਂਪੁਰਖ ਸੱਚਖੰਡ ਵਾਸੀ ਸੰਤ ਬਾਬਾ ਹਰਵੰਸ ਸਿੰਘ ਜੀ ਸੰਗਤਪੁਰੇ ਵਾਲੇ, ਉਹਨਾਂ ਦੀ ਪ੍ਰੇਰਨਾ ਸਦਕਾ ਮਹਾਂਪੁਰਖ ਬਾਬਾ ਧਰਮਪਾਲ ਸਿੰਘ ਜੀ, ਉਹਨਾਂ ਦੇ ਉਦਮ ਸਦਕਾ ਔਰ ਨਗਰ ਨਿਵਾਸੀ ਪਿੰਡ ਖੇੜਾ ਗੁਰੂ ਕੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਮਹਾਂਪੁਰਖ ਲੰਗਰ ਦੀ ਪਰੰਪਰਾ ਨੂੰ ਮੁੱਖ ਰੱਖਦਿਆਂ ਹੋਇਆਂ ਲੰਗਰਾਂ ਦੀਆਂ ਸੇਵਾਵਾਂ ਪ੍ਰਾਰੰਭ ਕਰਦੇ ਹਨ, ਉਸ ਦੇ ਤਹਿਤ ਜੋ ਇਹ ਗੁਰਦੁਆਰਾ ਸਾਹਿਬ ਵਿਖੇ ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦੇ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ ਦੇ ਮਹਾਵਾਕ ਅਨੁਸਾਰ ਸ਼ਬਦ ਕੀਰਤਨ ਦੇ ਵਿੱਚ ਜੁੜ ਬੈਠਣ ਦਾ ਸਮਾਂ ਆਪਾਂ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ। ਰੋਜ਼ ਰਹਿਰਾਸ ਸਾਹਿਬ ਦੀ ਬਾਣੀ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਅੰਤਰ ਗੁਰ ਆਰਾਧਨਾ ਜਿਹਬਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਉ, ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਐ ਠਾਉ, ਕਹੋ ਨਾਨਕ ਕਿਰਪਾ ਕਰੀ ਜਿਸਨੋ ਇਹ ਵਥ ਦੇ, ਜਗ ਮਹਿ ਉਤਮ ਕਾਢੀਐ ਵਿਰਲੇ ਕੇਈ ਕੇ।
ਗੁਰੂ ਚਰਨਾਂ ਵਿੱਚ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰਦਿਆਂ ਸਾਡੇ ਸਾਧ ਸੰਗਤ ਜੀ ਗਿਆਨ ਔਰ ਇੰਦਰੀ ਔਰ ਕਰਮ ਇੰਦਰੀ ਸਫਲ ਹੁੰਦੇ ਹੈ। ਇੱਕੋ ਇੱਕ ਸਾਧਨ ਹੈ ਗੁਰੂ ਕੀ ਸੰਗਤ ਵਿੱਚ ਬਹਿ ਕੇ ਸਾਡੇ ਸਰੀਰ ਦੇ ਸਾਰੇ ਗਿਆਨ ਔਰ ਕਰਮ ਇੰਦਰੀ ਸਫਲ ਹੋ ਜਾਣ। ਕੋਈ ਜਗ੍ਹਾ ਨਹੀਂ, ਕੋਈ ਥਾਂ ਨਹੀਂ ਹੈ। ਗੁਰੂ ਦੇ ਚਰਨਾਂ ਦੀ ਐਸੀ ਥਾਂ ਜਿੱਥੇ ਸਾਰਾ ਕੁਝ ਪਵਿੱਤਰ ਹੋ ਜਾਂਦਾ ਹੈ। ਸੁਣ ਤੇ ਪੁਨੀਤ ਕਹਿ ਤੇ ਪਵਿੱਤ। ਸੁਣਨ ਵਾਲੇ ਪੁਨੀਤ ਹੋ ਜਾਂਦੇ, ਸੁਣ ਤੇ ਪੁਨੀਤ ਕਹਿ ਤੇ, ਕਹਿਣ ਵਾਲੇ ਗੁਰੂ ਦੇ ਬਚਨਾਂ ਨੂੰ ਬੋਲਣ ਵਾਲੇ ਪਵਿੱਤਰ ਹੋ ਜਾਂਦੇ। ਤੇ ਸਾਧ ਸੰਗਤ ਜੀ, ਇਸ ਕਲਯੁਗ ਦੇ ਘੋਰ ਸਮੇਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਰੱਬ ਦੇ ਗੁਣ ਗਾਉਣੇ, ਪਰਮੇਸ਼ਰ ਦੀ ਸਿਫਤ ਸਲਾਘਾ ਕਰਨੀ ਕਲਯੁਗ ਦੇ ਘੋਰ ਸਮੇਂ ਦੇ ਵਿੱਚ ਸਭ ਤੋਂ ਪੁੰਨਾ ਸਿਰ ਪੁੰਨ ਹੈ। ਸਤਜੁਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ। ਤਿੰਨੋਂ ਜੁਗ ਤਿੰਨੋਂ ਦੜੇ ਕਲ ਕੇਵਲ ਨਾਮ ਆਧਾਰ। ਸਤਜੁਗ ਦੇ ਵਿੱਚ ਸਤ ਦਾ ਪਹਿਰਾ ਸੀ। ਸਤਜੁਗ ਸਤ ਤ੍ਰੇਤਾ ਜਗੀ, ਤ੍ਰੇਤੇ ਯੁਗ ਦੇ ਵਿੱਚ ਜਗ ਪੁੰਨ ਹੁੰਦੇ ਸੀ, ਵੱਡੇ ਵੱਡੇ ਅਸਮੇਧ ਜਗ ਹੁੰਦੇ ਸੀ। ਇੱਕੋ ਹੀ ਰਹੁ ਰੀਤੀ ਸੀ ਜਗ ਪੁੰਨ ਦੀ। ਉਸ ਵੇਲੇ ਤ੍ਰੇਤੇ ਦੇ ਵਿੱਚ ਵੱਡੇ ਵੱਡੇ ਜਗ ਹੁੰਦੇ, ਅਸਮੇਧ ਜਗ ਵਰਗੇ ਹੁੰਦੇ, ਜਿਨ੍ਹਾਂ ਦੇ ਉੱਤੇ ਉਹਨਾਂ ਵੇਲਿਆਂ ਦੇ ਵਿੱਚ ਲੱਖਾਂ ਰੁਪਏ ਖਰਚ ਆ ਜਾਂਦਾ ਸੀ। ਉਹ ਜਿਹੜੇ ਵੱਡੇ ਵੱਡੇ ਜਗ ਹੁੰਦੇ ਸੀ ਅਸਮੇਧ ਜਗ ਵਰਗੇ, ਉਹ ਕੋਈ ਜਗ ਸਫਲ ਹੁੰਦਾ ਸੀ, ਕਿਉਂਕਿ ਕੋਈ ਨਾ ਕੋਈ ਵਿਘਨ ਪੈ ਜਾਣਾ, ਜਿਸ ਕਰਕੇ ਜਗ ਪੁੰਨ ਜਿਹੜਾ ਸਫਲ ਨਾ ਹੋਣਾ। ਤ੍ਰੇਤੇ ਯੁੱਗ ਦੇ ਵਿੱਚ ਜਗ ਪੁੰਨ ਨੂੰ ਪ੍ਰਧਾਨਤਾ ਸੀ। ਦੁਆਪਰ ਪੂਜਾ ਚਾਰ, ਦੁਆਪਰ ਯੁੱਗ ਆਇਆ। ਦੁਆਪਰ ਦੇ ਵਿੱਚ ਕੀ ਪ੍ਰਧਾਨਤਾ ਹੋ ਗਈ? ਪੂਜਾ। ਪੂਜਾ ਪ੍ਰਧਾਨ ਹੋ ਗਈ। ਦੁਆਪਰ ਦੇ ਵਿੱਚ ਪੂਜਾ ਕੀਤੀ ਜਾਣੀ ਸ਼ੁਰੂ ਹੋ ਗਈ। ਕੋਈ ਦਰਖਤਾਂ ਦੀ ਪੂਜਾ ਕਰਦਾ, ਕੋਈ ਪੱਥਰਾਂ ਦੀ ਪੂਜਾ ਕਰਦਾ, ਕੋਈ ਅੱਗ ਦੀ ਪੂਜਾ ਕਰਦਾ, ਕੋਈ ਪਾਣੀ ਦੀ ਪੂਜਾ ਕਰਦਾ। ਅਲੱਗ-ਅਲੱਗ ਤਰ੍ਹਾਂ ਦੀਆਂ ਪੂਜਾਵਾਂ ਦੁਆਪਰ ਯੁੱਗ ਦੇ ਵਿੱਚ ਹੋਈਆਂ। ਸਮਾਂ ਤਬਦੀਲ ਹੋਇਆ, ਕਲਯੁਗ ਦਾ ਸਮਾਂ ਆਇਆ। ਕਲਯੁਗ ਦੇ ਸਮੇਂ ਦੇ ਵਿੱਚ ਕੀ ਹੋਇਆ? ਕੱਲ ਕੇਵਲ ਨਾਮ ਆਧਾਰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੋਲ ਨੇ। ਕੱਲ ਭਾਵ ਕਲਯੁਗ ਦੇ ਵਿੱਚ ਕੇਵਲ ਭਾਵ, ਕੇਵਲ ਤੋਂ ਭਾਵ ਕੇਵਲ ਤੇ ਕੇਵਲ, ਓਨਲੀ। ਕੱਲ ਕੇਵਲ ਨਾਮ ਆਧਾਰ। ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਹੀ ਉਧਾਰ ਮਨੁੱਖ ਦਾ ਸੰਭਵ ਹੈ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ। ਇਸ ਕਰਕੇ ਸੰਗਤ ਬਣਾਈ ਗੁਰੂ ਸਾਹਿਬ ਨੇ। ਸੰਗਤ ਦੇ ਵਿੱਚ ਜੁੜ ਕੇ ਜਿੱਥੇ ਸਾਡੇ ਕਰਮ ਔਰ ਗਿਆਨ ਇੰਦਰੀ ਸਫਲ ਹੁੰਦੇ, ਉੱਥੇ ਸਭ ਤੋਂ ਵੱਡਾ ਪੁੰਨਾਂ ਦਾ ਪੁੰਨ, ਮਹਾ ਪੁੰਨ ਜਿਹੜਾ ਕਲਯੁਗ ਦੇ ਘੋਰ ਸਮੇਂ ਦੇ ਵਿੱਚ ਪਰਮੇਸ਼ਰ ਦੇ ਗੁਣ ਗਾਉਣ ਦਾ ਇਸ ਕਲਯੁਗ ਦੇ ਘੋਰ ਸਮੇਂ 'ਚ ਹੈ। ਆਪਾਂ ਭਾਗਾਂ ਵਾਲੇ ਆ ਜਿਨ੍ਹਾਂ ਨੂੰ ਸੰਗਤ ਮਿਲੀ ਹੈ। ਸੰਗਤ ਇੱਕ ਬੰਦੇ ਨਾਲ ਵੀ ਹੋ ਜਾਂਦੀ ਹੈ, ਦੋ ਨਾਲ ਵੀ ਹੋ ਜਾਂਦੀ ਹੈ, ਤੇ ਦੋ ਤੋਂ ਵੱਧ, ਪੰਜ ਤੋਂ ਵੱਧ ਵੀ ਹੋ ਜਾਂਦੀ ਹੈ। ਭਾਈ ਗੁਰਦਾਸ ਜੀ ਕਹਿੰਦੇ, ਇੱਕ ਸਿੱਖ ਦੋਏ ਸਾਧ ਸੰਗਤ। ਕਹਿੰਦੇ ਕੱਲਾ ਸਿੱਖ ਬਾਣੀ ਪੜ੍ਹੇ ਸੇਵਾ ਕਰੇ ਉਹ ਸਿੱਖ ਕਹਾਉਂਦਾ ਹੈ, ਤੇ ਜੇਕਰ ਦੋ ਮਿਲ ਜਾਣ ਉੱਥੇ ਸਾਧ ਸੰਗਤ ਬਣ ਜਾਂਦੀ ਹੈ। ਇੱਕ ਤੋਂ ਦੋ ਹੋ ਜਾਣ ਸਾਧ ਸੰਗਤ ਬਣ ਗਈ, ਦੂਈ ਸਾਧ ਸੰਗਤ। ਤੇ ਉਸ ਤੋਂ ਬਾਅਦ ਕਹਿੰਦੇ ਪੰਜੀ ਪਰਮੇਸ਼ਰ। ਜੇ ਪੰਜ ਹੋ ਜਾਣ ਤੇ ਪੰਜ ਤੋਂ ਵੱਧ ਹੋ ਜਾਣ, ਉੱਥੇ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਆਪ ਵਰਤਦੇ ਨੇ। ਪੜ੍ਹਦੇ ਆ ਨਾ ਆਪਾਂ, ਵਿੱਚ ਸੰਗਤ ਹਰ ਪ੍ਰਭ ਵਸੈ ਜੀਉ। ਰੱਬ ਸੰਗਤ 'ਚ ਬਹਿੰਦਾ ਹੈ। ਹੁਣ ਆਪਾਂ ਸੰਗਤ ਰੂਪ ਦੇ ਵਿੱਚ ਬੈਠੇ ਆ, ਰੱਬ ਵਿੱਚ ਹੈ। ਉਹ ਸਾਧ ਸੰਗਤ ਜੀ ਨਾਲ ਅੱਖਾਂ ਨਾਲ ਨਹੀਂ ਦਿਸਦਾ, ਉਹਨੂੰ ਵੇਖਣ ਵਾਸਤੇ ਸਾਧ ਸੰਗਤ ਜੀ ਅੱਖਰਾਂ, ਨਾਨਕ ਸੇ ਅੱਖੜੀਆਂ ਬਿਆਨ। ਨਾਨਕ ਸੇ ਅੱਖੜੀਆਂ ਬਿਆਨ, ਬਿਆਨ ਤੋਂ ਭਾਵ ਉਹ ਅੱਖਾਂ ਹੋਰ ਨੇ। ਜਿਨੀ ਦਿਸੰਦੋ ਮਾਂ ਪਿਰੀ, ਜਿਨ੍ਹਾਂ ਅੱਖਾਂ ਦੇ ਨਾਲ ਪਰਮੇਸ਼ਰ ਉਹ ਮਹਿਸੂਸ ਕੀਤਾ ਜਾਂਦਾ ਹੈ। ਸੁਰਤ ਦੀਆਂ ਅੱਖਾਂ ਦੇ ਨਾਲ ਪਰਮੇਸ਼ਰ ਵਾਹਿਗੁਰੂ ਦਿਸਦਾ ਹੈ। ਮਹਿਸੂਸ ਕਰਨਾ ਪੈਂਦਾ ਹੈ। ਜਿਵੇਂ ਹਵਾ ਮਹਿਸੂਸ ਕਰਦੇ ਆ, ਠੰਡ ਮਹਿਸੂਸ ਕਰਦੇ ਆ, ਗਰਮੀ ਮਹਿਸੂਸ ਕਰਦੇ ਆ,
ਉਵੇਂ ਰੱਬ ਨੂੰ ਵੀ ਸਾਧ ਸੰਗਤ ਜੀ ਮਹਿਸੂਸ ਕੀਤਾ ਜਾਂਦਾ ਹੈ। ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਭੰਗੰਗ ਵਿਪੂਤੇ, ਕਲਗੀਧਰ ਜੀ ਕਹਿੰਦੇ ਉਹ ਅੰਗ ਸੰਗ ਹੈ ਸਾਡੇ ਸਾਰੇ ਕਾਰਜਾਂ ਵਿੱਚੋਂ ਖੜਾ ਹੈ। ਜੇਕਰ ਅਸੀਂ ਉਹਨੂੰ ਮਹਿਸੂਸ ਕਰਾਂਗੇ, ਅੰਗ ਸੰਗ ਜਾਣਾਂਗੇ, ਤੇ ਉਹ ਫਿਰ ਸਾਡੀ ਰੱਖਿਆ ਕਰਦਾ। ਤੇ ਇਹ ਜਿਹੜਾ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਹੈ, ਇਹ ਸਾਡੇ ਨਾਲ ਹੀ ਖੜਾ ਹੈ। ਇਸ ਕਰਕੇ ਪੰਜੀ ਪਰਮੇਸ਼ਰ, ਪੰਜ ਦਾ ਪੰਜ ਤੋਂ ਵੱਧ ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਜਿੱਥੇ ਇਕੱਠੇ ਹੋ ਕੇ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕਰਨਾ, ਉੱਥੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਵਰਤਦਾ ਹੈ। ਆਪ ਉੱਥੇ ਉਹਦਾ ਪਰਮੇਸ਼ਰ ਜੀ ਦਾ ਵਾਸਾ ਹੁੰਦਾ ਹੈ। ਇਸ ਕਰਕੇ ਮਿਲ ਕੇ ਸਾਨੂੰ ਭਾਗਾਂ ਵਾਲਿਆਂ ਨੂੰ ਹੀ ਸਾਧ ਸੰਗਤ ਜੀ ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਸੰਗਤ ਭਾਗਾਂ ਨਾਲ ਸਮਾਂ ਬਣਾਇਆ, ਮਹਾਂਪੁਰਖਾਂ ਨੇ ਉਦਮ ਕੀਤਾ ਹੈ, ਉਪਰਾਲਾ ਕੀਤਾ, ਆਪਾਂ ਜੁੜ ਕੇ ਬੈਠੇ ਹਾਂ। ਦੋ ਖੰਭ ਗੁਰੂ ਸਾਹਿਬ ਜੀ ਨੇ ਆਪਣੇ ਸਿੱਖ ਨੂੰ ਲਾਏ। ਪਹਿਲਾ ਖੰਭ ਸੇਵਾ ਦਾ ਤੇ ਦੂਜਾ ਖੰਭ ਨਾਮ ਬਾਣੀ ਸਿਮਰਨ ਦਾ ਹੈ। ਜਿਵੇਂ ਪੰਛੀ ਜਦੋਂ ਉੱਡਦਾ ਹੈ ਨਾ, ਦੋਨੇ ਖੰਭਾਂ ਤੇ ਜ਼ੋਰ ਲਾਉਂਦਾ ਹੈ। ਇੱਕ ਖੰਭ ਦੇ ਵਿੱਚ ਉਹਦੇ ਜ਼ੋਰ ਨਾ ਰਵੇ ਤੇ ਪੰਛੀ ਉੱਡ ਨਹੀਂ ਸਕਦਾ ਆਕਾਸ਼ ਦੇ ਵਿੱਚ। ਸਿੱਖ ਨੂੰ ਵੀ ਗੁਰੂ ਸਾਹਿਬ ਨੇ ਦੋ ਖੰਭ ਲਾਏ ਆ, ਇੱਕ ਸੇਵਾ ਦਾ ਖੰਭ ਹੈ, ਦੂਸਰਾ ਖੰਭ ਸਿਮਰਨ ਦਾ ਹੈ। ਸਿੱਖ ਸੇਵਾ ਵੀ ਕਰੇ ਤੇ ਸਿਮਰਨ ਵੀ ਕਰੇ। ਰੱਬ ਦੀ ਬੰਦਗੀ ਵਿੱਚ ਬੰਦਾ ਉਦੋਂ ਜੁੜ ਸਕਦਾ ਹੈ ਜਦੋਂ ਸੇਵਾ ਕਰੇ, ਕਿਉਂਕਿ ਸੇਵਾ ਨਾਲ ਮਨ ਨਿਰਮਲ ਹੁੰਦਾ ਹੈ। ਸੇਵਾ ਦੇ ਨਾਲ ਸਾਡੇ ਜੀਵਨ ਵਿੱਚੋਂ ਹਉਮੈ ਨਿਕਲਦੀ ਹੈ। ਜਦੋਂ ਆਪਾਂ ਸੇਵਾ ਕਰਦੇ ਹਾਂ, ਗੁਰੂ ਦੇ ਦਰਬਾਰ ਦੀ, ਸੰਗਤ ਦੀ, ਲੋਕਾਂ ਦੀ, ਸਮਾਜ ਸੇਵਾ ਕਰਦੇ ਹਾਂ, ਉਦੋਂ ਸਾਡੇ ਅੰਦਰੋਂ ਆਪਣੀ ਹਉਮੈ ਖਤਮ ਹੁੰਦੀ ਹੈ। ਤੇ ਸੇਵਾ ਉਹੀ ਕਰ ਸਕਦਾ ਹੈ ਜਿਹੜਾ ਸਾਧ ਸੰਗਤ ਜੀ ਆਪਣੇ ਆਪ ਨੂੰ ਨਿਮਾਣਾ ਜਾਣੇ, ਉਹ ਸੇਵਾ ਕਰ ਸਕਦਾ। ਹੁਣ ਜੋੜਿਆਂ ਦੀ ਸੇਵਾ ਕੌਣ ਕਰ ਸਕਦਾ ਹੈ? ਜੋੜਿਆਂ ਦੀ ਸੇਵਾ, ਜੋੜੇ ਗੰਢਣ ਵਾਲੇ ਨੂੰ ਤਾਂ ਆਪਾਂ ਨੀਵਾਂ ਜਾਣਦੇ ਹਾਂ ਵੀ ਇਹ ਤਾਂ ਜੋੜੇ ਗੰਢਦਾ ਤਾਂ ਨੀਵੀਂ ਜਾਤ ਦਾ ਹੋਊਗਾ। ਹੁਣ ਗੁਰੂ ਘਰ ਦੇ ਵਿੱਚ ਜੋੜਿਆਂ ਦੀ ਸੇਵਾ, ਸੰਗਤ ਵਿੱਚ ਜੋੜਿਆਂ ਦੀ ਸੇਵਾ, ਜਿਹਨੇ ਆਪਣਾ ਮਨ ਮਾਰਿਆ ਹੋਇਆ ਹੈ, ਜਿਹਨੇ ਆਪਣੇ ਅੰਦਰੋਂ ਆਪਣੀ ਹੰਗਤਾ ਮੰਗਤਾ ਖਤਮ ਕੀਤੀ ਹੋਈ, ਉਹ ਸੇਵਾ ਕਰੂ ਜੋੜਿਆਂ ਦੀ। ਝਾੜੂ ਦੀ ਸੇਵਾ ਕੌਣ ਕਰੂ? ਜਿਹਨੇ ਆਪਣੇ ਅੰਦਰੋਂ ਆਪਣੀ ਹਉ ਮਾਰ ਲਈ। ਗੁਰੂ ਦੇ ਦਰਬਾਰ ਵਿੱਚ, ਗੁਰੂ ਕੇ ਲੰਗਰਾਂ 'ਚ ਸੇਵਾ ਕੌਣ ਕਰੂ? ਹੁਣ ਕਈ ਤਾਂ ਸਾਧ ਸੰਗਤ ਜੀ ਕੱਪੜੇ ਲਿਬੜਨ ਤੋਂ ਦੇ ਮਾਰੇ ਲੰਗਰਾਂ 'ਚ ਸੇਵਾ ਨਹੀਂ ਕਰਦੇ, ਕਿਉਂ? ਅੰਦਰ ਉਹਨਾਂ ਦੇ ਚਾਹ ਨਹੀਂ ਹੈ। ਸੇਵਾ ਚਾਹ ਨਾਲ ਹੁੰਦੀ ਹੈ, ਚਾਹ ਅੰਦਰ ਹੋਵੇ ਫਿਰ ਸੇਵਾ ਹੁੰਦੀ ਹੈ। ਤੇ ਆਪਾਂ ਬਚਨ ਪੜ੍ਹਿਆ ਪ੍ਰਾਰੰਭਤਾ ਦੇ ਵਿੱਚ ਵੀ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਕੰਡੀਸ਼ਨ ਰੱਖੀ ਗੁਰੂ ਸਾਹਿਬ ਜੀ ਨੇ, ਸ਼ਰਤ ਰੱਖੀ ਹੈ। ਕੀ ਸ਼ਰਤ ਰੱਖੀ ਹੈ? ਕਿ ਗੁਰੂ ਦੇ ਦਰਬਾਰ ਵਿੱਚ, ਗੁਰੂ ਦੇ ਚਰਨਾਂ ਵਿੱਚ ਕੀਤੀ ਸੇਵਾ ਜਾਂ ਸਮਾਜ ਸੇਵਾ ਵੀ ਕਹਿ ਲਓ, ਸਤਿਗੁਰ ਕੀ ਸੇਵਾ ਸਫਲ ਹੈ। ਕੰਡੀਸ਼ਨ ਕੀ ਹੈ? ਜੇ ਕੋਈ, ਕੋ ਤੋਂ ਭਾਵ ਕੋਈ ਬੰਦਾ ਜੇਕਰ ਚਿੱਤ ਲਾਏ, ਚਿੱਤ ਲਾ ਕੇ ਸੇਵਾ ਕਰੇਗਾ। ਹੁਣ ਦੁਨੀਆ ਦੇ ਕੰਮ ਵੀ ਲੈ ਲਓ, ਕੰਮ ਸਾਧ ਸੰਗਤ ਜੀ ਉਹ ਸਫਲ ਹੁੰਦਾ ਜਿਹੜਾ ਆਪਾਂ ਮਨ ਕਰਕੇ ਕਰਦੇ ਹਾਂ। ਜੇ ਕਿਸੇ ਕੰਮ ਦੇ ਵਿੱਚ ਸਾਡਾ ਮਨ ਨਹੀਂ ਹੈ ਤਾਂ ਉਹ ਸਫਲ ਨਹੀਂ ਹੋ ਸਕਦਾ, ਉਹਦੇ ਵਿੱਚ ਸਾਧ ਸੰਗਤ ਰੁਕਾਵਟ ਹੀ ਬਣੀ ਰਹੂਗੀ। ਤੁਸੀਂ ਮਨ ਕਰਕੇ ਦੁਨੀਆ ਦਾ ਕੋਈ ਕੰਮ ਕਰੋ, ਉਹ ਕੰਮ ਦੇ ਵਿੱਚ ਤੁਹਾਨੂੰ ਸਫਲਤਾ ਮਿਲੂਗੀ। ਇਹੀ ਗੱਲ ਗੁਰੂ ਦੀ ਸੇਵਾ ਤੇ ਢੁਕਦੀ ਹੈ। ਤੇ ਜੇ ਤੁਹਾਡਾ ਮਨ ਹੀ ਨਹੀਂ ਹੈ ਤੇ ਤੁਹਾਨੂੰ ਕੋਈ ਕਹੇ ਵੀ ਇੱਥੇ ਸੇਵਾ ਕਰ, ਤੁਹਾਡਾ ਮਨ ਹੀ ਨਹੀਂ ਹੈ, ਫਿਰ ਤੁਹਾਡੀ ਸੇਵਾ ਥੋੜਾ ਕਿਤੇ ਥਾਏ ਪਵੇਗੀ। ਸ਼ਰਤ ਕੀ ਹੈ? ਜੇ ਕੋ ਕਰੇ ਚਿਤ ਲਾਏ, ਮਨ ਕਰਕੇ ਸੇਵਾ ਕਰ, ਭਾਵੇਂ ਤੂੰ 2 ਮਿੰਟ ਕਰ। ਸਾਧ ਨਹੀਂ ਮਨ ਕਰਕੇ ਕੀਤੀ ਸੇਵਾ ਤਾਂ ਇੱਕ ਛਿਨ ਦੀ ਸੇਵਾ ਹੀ ਸਾਨੂੰ ਤਾਰ ਦਿੰਦੀ ਹੈ, ਇੱਕ ਛਿਨ ਦੀ। ਪਰ ਉਹ ਕੀਤੀ ਮਨ ਕਰਕੇ ਹੋਵੇ, ਬੱਧਾ ਚੱਟੀ ਨਾ ਹੋਵੇ, ਉਹਦੇ ਵਿੱਚ ਕੋਈ ਐਸਾ ਬੱਧਾ ਚੱਟੀ ਵਾਲਾ ਕੰਮ ਨਾ ਹੋਵੇ, ਉਹਦੇ ਵਿੱਚ ਪ੍ਰੇਮ ਹੋਵੇ। ਸੇਵਾ ਸਦਾ ਹੀ ਪ੍ਰੇਮ ਨਾਲ ਹੁੰਦੀ ਹੈ, ਪ੍ਰੇਮ ਵਿੱਚ ਜੋ ਹੋਣਾ ਜ਼ਰੂਰੀ ਹੈ। ਜੇ ਪ੍ਰੇਮ ਨਹੀਂ ਤੇ ਸਾਧ ਸੰਗਤ ਜੀ ਸਾਰਾ ਕੁਝ ਨਿਫਲ ਹੈ, ਸਾਰਾ ਕੁਝ ਖਤਮ ਹੈ। ਸੇਵਾ ਸਾਰੀ ਜਿਹੜੀ ਪ੍ਰੇਮ ਤੇ ਖੜੀ ਹੈ, ਪ੍ਰੇਮ ਨਾਲ ਕੀਤੀ ਸੇਵਾ। ਗੁਰੂ ਨਾਨਕ ਸਾਹਿਬ ਜੀ ਨੇ, ਮਹਾਰਾਜ ਨੇ
ਵੰਡ ਕੇ ਛਕਣ ਦੀ ਤਾਕੀਦ ਗੁਰੂ ਕੇ ਸਿੱਖਾਂ ਨੂੰ ਕੀਤੀ। ਜਿੱਥੇ ਕਿਹਾ ਵੀ ਧਰਮ ਦੀ ਕਿਰਤ ਕਰੋ, ਦਸਾਂ ਨੋਹਾਂ ਦੀ ਕਿਰਤ ਕਰੋ ਗੁਰੂ ਕੇ ਸਿੱਖੋ, ਦੁਨੀਆ ਦੇ ਲੋਕਾਂ ਤਾਈਂ ਗੁਰੂ ਨਾਨਕ ਸਾਹਿਬ ਨੇ ਇਹੀ ਹੋਕਾ ਦਿੱਤਾ ਹੈ। ਜਿੱਥੇ ਜਿੱਥੇ ਵੀ ਗਏ, ਜਿਹੜੇ ਬੰਗਾਲ ਵਿੱਚ ਜਾਦੂ ਕਰਦੇ ਸੀ ਨਾ ਲੋਕਾਂ ਦੇ ਉੱਤੇ ਲੋਕ, ਜਦੋਂ ਗੁਰੂ ਸਾਹਿਬ ਬੰਗਾਲ 'ਚ ਗਏ ਹੈ, ਬੰਗਾਲ ਦੇ ਵਿੱਚ ਗਏ ਤੇ ਉੱਥੇ ਮਰਦਾਨੇ ਨੂੰ ਭੇਡੂ ਵੀ ਬਣਾ ਲਿਆ ਸੀ ਉਹਨਾਂ ਨੇ। ਐਸਾ ਉਹਨਾਂ ਦੇ ਕੋਲ ਜਾਦੂਈ ਸ਼ਕਤੀ ਸੀ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਐਸੇ ਕੌਤਕ ਮਹਾਨ ਬਖਸ਼ਿਸ਼ਾਂ ਕੀਤੀਆਂ। ਉਹਨਾਂ ਲੋਕਾਂ ਨੂੰ ਸਮਝਾਇਆ ਵੀ ਤੁਸੀਂ ਕਿਰਤ ਕਰੋ, ਕਿਰਤ ਦੇ ਵਿੱਚ ਹੀ ਬਰਕਤ ਹੈ। ਉਹ ਕਹਿੰਦੇ ਜੀ ਸਾਡਾ ਤਾਂ ਇਹ ਪਿਤਾ ਪੁਰਖੀ ਕੰਮ ਹੈ, ਅਸੀਂ ਤਾਂ ਐਸੇ ਤਰ੍ਹਾਂ ਹੀ ਕਰਦੇ ਹਾਂ ਵੀ ਅਸੀਂ ਇਹ ਕੰਮ ਛੱਡ ਕੇ ਫਿਰ ਸਾਡਾ ਗੁਜ਼ਾਰਾ ਕਿਵੇਂ ਹੋਊ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬੰਗਾਲ ਦੇ ਉਹਨਾਂ ਜਾਦੂਈ ਲੋਕਾਂ ਨੂੰ, ਜਿਹੜੇ ਲੋਕਾਂ ਦੇ ਉੱਤੇ ਜਾਦੂ ਕਰਦੇ ਸੀ, ਉਹਨਾਂ ਨੂੰ ਕਿਰਤ ਕਰਨ ਲਾ ਦਿੱਤਾ। ਬੰਗਾਲ ਦੇ ਵਿੱਚ ਜੇਕਰ ਕਿਰਤ ਪੈਦਾ ਹੋਈ, ਗੁਰੂ ਨਾਨਕ ਸਾਹਿਬ ਤੋਂ ਪੈਦਾ ਹੋਈ ਹੈ। ਉੱਥੇ ਹੀ ਨਹੀਂ, ਹਰ ਪਾਸੇ ਗੁਰੂ ਮਹਾਰਾਜ ਜਿੱਥੇ ਵੀ ਜਾਂਦੇ ਹੈ, ਸਭ ਤੋਂ ਪਹਿਲਾਂ ਕਹਿੰਦੇ ਵੀ ਭਾਈ ਧਰਮ ਦੀ ਕਿਰਤ ਕਰੋ। ਭੂਮੀ ਚੋਰ ਵਰਗੇ ਨੂੰ ਗੁਰੂ ਨਾਨਕ ਸਾਹਿਬ ਨੇ ਚੋਰੀ ਛਡਾ ਦਿੱਤੀ। ਗੱਲਾਂ ਗੱਲਾਂ 'ਚ ਹੀ ਸਾਖੀ ਤੁਸੀਂ ਸੁਣੀ ਹੋਏਗੀ, ਪੜ੍ਹੀ ਹੋਏਗੀ ਅਨੇਕਾਂ ਵਾਰ। ਉਹ ਕਹਿੰਦਾ ਮਹਾਰਾਜ ਮੈਂ ਕਿੱਥੇ ਚੋਰੀ ਛੱਡ ਸਕਦਾ। ਤੇ ਗੁਰੂ ਸਾਹਿਬ ਕਹਿੰਦੇ ਚੱਲ ਤੂੰ ਚੋਰੀ ਨਾ ਛੱਡ, ਸਾਡੇ ਬਚਨ ਮੰਨ ਲੈ, ਸਾਡੇ ਬਚਨ ਮੰਨ ਲੈ। ਕੀ ਬਚਨ ਮੰਨਣੇ ਨੇ ਸੱਚੇ ਪਾਤਸ਼ਾਹ? ਸੱਚ ਬੋਲਣਾ ਹੈ, ਗਰੀਬ ਮਾਰ ਨਹੀਂ ਕਰਨੀ, ਕਿਸੇ ਦਾ ਲੂਣ ਖਾ ਕੇ ਹਰਾਮ ਨਹੀਂ ਕਰਨਾ। ਉਹਨੇ ਸੋਚਿਆ ਵੀ ਇਹ ਤਾਂ ਚੱਲ ਸੌਖਾ ਹੀ ਕੰਮ ਹੈ, ਚੋਰੀ ਛੱਡਣੀ ਨਹੀਂ ਪੈਣੀ, ਬਚਨ ਮੰਨ ਲੈਂਦੇ ਆ। ਇਹ ਨਹੀਂ ਪਤਾ ਸੀ ਭੂਮੀ ਇਹਨੂੰ ਕਿ ਇਹਨਾਂ ਬਚਨਾਂ ਵਿੱਚ ਚੋਰੀ ਛੁੱਟ ਜਾਣੀ ਮੇਰੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੇਖੋ ਗੁਰੂ ਦਾ ਬਦਲਣ ਦਾ ਢੰਗ ਤਰੀਕਾ। ਗੁਰੂ ਨੇ ਸਾਧ ਸੰਗਤ ਜੀ ਵੱਖਰੇ ਤਰੀਕੇ ਦੇ ਨਾਲ, ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਵੀ ਸਾਨੂੰ ਐਵੇਂ ਹੀ ਬਦਲਦੀ ਹੈ। ਜਿਹੜੇ ਬਦਲੇ ਨੇ ਇਹਨਾਂ ਨੂੰ ਪਤਾ ਵੀ ਗੁਰੂ ਨੇ ਬਦਲਿਆ ਕਿਵੇਂ ਹੈ। ਗੁਰੂ ਸੇਵਾ ਚ ਲਾ ਕੇ, ਆਪਣੇ ਬਚਨਾਂ ਚ ਲਾ ਕੇ ਸਿੱਖ ਨੂੰ ਤਾਰ ਦਿੰਦਾ। ਗੁਰੂ ਦੇ ਬਚਨ ਹੀ ਗੁਰੂ ਸਾਧ ਸੰਗਤ ਜੀ ਸਿੱਖ ਨੂੰ ਤਾਰਦੇ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਕਹਿੰਦਾ ਮਹਾਰਾਜ ਬਚਨ ਮੰਨ ਲੈਂਦਾ। ਫਿਰ ਉਹਨੇ ਬਚਨ ਮੰਨੇ, ਸੱਚ ਬੋਲਿਆ। ਉਹਨੇ ਨੇ ਕਿਹਾ ਵੀ ਗਰੀਬ ਮਾਰ ਨਹੀਂ ਕਰਨੀ, ਗਰੀਬਾਂ ਦੇ ਚੋਰੀ ਛੱਡ ਦਿੱਤੀ। ਰਾਜੇ ਦੇ ਚੋਰੀ ਕਰਨ ਗਿਆ, ਸਾਰਾ ਕੁਝ ਬੰਨ ਲਿਆ। ਪਹਿਲਾਂ ਦਰਬਾਨੀ ਖੜਾ ਮੂਹਰੇ ਰਾਤ ਨੂੰ, ਉਹ ਕਹਿੰਦਾ ਕੌਣ ਆਇਆ? ਰਾਜਿਆਂ ਵਾਲਾ ਭੇਖ ਬਣਾ ਕੇ ਆਇਆ ਭੂਮੀਆਂ। ਤੇ ਜਦੋਂ ਉਹ ਕਹਿੰਦਾ ਵੀ ਮੈਂ ਕੌਣ ਹੈ ਤੂੰ? ਬਈ ਮੈਂ ਚੋਰ ਹਾਂ, ਕਿਉਂਕਿ ਗੁਰੂ ਸਾਹਿਬ ਕਹਿੰਦੇ ਸੱਚ ਬੋਲਣਾ, ਝੂਠ ਨਹੀਂ ਬੋਲਣਾ। ਕਹਿੰਦਾ ਜੀ ਚੋਰ ਹਾਂ। ਦਰਬਾਨੀ ਕਹਿੰਦਾ ਵੀ ਰਾਜਿਆਂ ਵਾਲੇ ਵਸਤਰ ਪਾਏ ਨੇ, ਚੋਰ ਥੋੜਾ ਕਹਿੰਦਾ ਵੀ ਮੈਂ ਚੋਰ ਹਾਂ। ਮੇਰੇ ਨਾਲ ਮਖੌਲ ਕਰਦਾ, ਕੋਈ ਰਾਜੇ ਦਾ ਸੰਬੰਧੀ ਹੋਵੇਗਾ। ਉਹ ਰਾਜੇ ਦੀ ਮਾਰ ਤੋਂ ਡਰਦਾ ਮਾਰਾ ਕਹਿੰਦਾ ਵੀ ਤੁਸੀਂ ਤਾਂ ਚੋਰ ਲੱਗਦੇ ਨਹੀਂ, ਤੁਸੀਂ ਤਾਂ ਐਡਾ ਵਧੀਆ ਵਸਤਰ ਪਾਏ ਨੇ ਤੁਸੀਂ, ਤੇ ਚੋਰ ਥੋੜਾ ਕਹਿੰਦਾ ਹੁੰਦਾ ਵੀ ਮੈਂ ਚੋਰ ਹਾਂ। ਤੇ ਸਾਧ ਸੰਗਤ ਜੀ ਉਹ ਦਰਬਾਨੀ ਕਹਿੰਦਾ ਜਾਓ ਅੰਦਰ ਜਾਓ। ਜਦੋਂ ਅੰਦਰ ਗਿਆ ਤੇ ਭੂਮੀਆ ਕਹਿੰਦਾ ਸੱਚ ਬੋਲਣਾ, ਕਹਿੰਦਾ ਬੜਾ ਵੀ ਰਿਜ਼ਲਟ ਵਧੀਆ ਇਹਦਾ, ਵੀ ਮੈਂ ਸੱਚ ਬੋਲਿਆ, ਨਾਲੇ ਕਿਹਾ ਵੀ ਮੈਂ ਚੋਰ ਹਾਂ। ਦਰਬਾਨੀ ਨੇ ਫਿਰ ਕੋਈ ਰੌਲਾ ਨਹੀਂ ਪਾਇਆ, ਕੋਈ ਪਕੜਿਆ ਨਹੀਂ ਮੈਨੂੰ, ਸਿੱਧਾ ਅੰਦਰ ਜਾਣ ਦਿੱਤਾ। ਕਹਿੰਦਾ ਗੁਰੂ ਦੇ ਬਚਨਾਂ 'ਚ ਤਾਕਤ ਹੈ। ਅੰਦਰ ਗਿਆ, ਸਾਰਾ ਸਮਾਨ ਇਕੱਠਾ ਕੀਤਾ ਰਾਜੇ ਦਾ। ਤੇ ਜਦੋਂ ਪੰਡ ਬੰਨ ਕੇ ਬਾਹਰ ਨੂੰ ਆਉਣ ਲੱਗਾ ਭੂਮੀਆ, ਤੇ ਸਾਧ ਸੰਗਤ ਜੀ ਉੱਥੇ ਲੂਣ ਪਿਆ ਸੀ ਕਿਸੇ ਡੱਬੀ 'ਚ। ਤੇ ਉਹਨੇ ਜਦੋਂ ਆਪਣੀ ਜੀਭ ਤੇ ਲਾ ਕੇ ਚਖਿਆ ਤੇ ਉਹਦੇ ਵਿੱਚੋਂ ਸਵਾਦ ਆਇਆ ਲੂਣ ਦਾ। ਗੁਰੂ ਜੀ ਦਾ ਬਚਨ ਯਾਦ ਆ ਗਿਆ ਵੀ ਗੁਰੂ ਸਾਹਿਬ ਕਹਿੰਦੇ ਸੀ ਕਿਸੇ ਦਾ ਲੂਣ ਖਾ ਕੇ ਹਰਾਮ ਨਹੀਂ ਕਰਨਾ, ਤੇ ਮੈਂ ਤਾਂ ਲੂਣ ਖਾ ਬੈਠਾ। ਜੇ ਮੈਂ ਹੁਣ ਪੰਡ ਚੁੱਕ ਕੇ ਬਾਹਰ ਆਉਣਾ ਤੇ ਗੁਰੂ ਦਾ ਬਚਨ ਟੁੱਟਦਾ। ਉੱਥੇ ਹੀ ਬੰਨੀ ਬਣਾਈ ਪੰਡ ਛੱਡ ਕੇ ਆ ਗਿਆ, ਬਾਹਰ ਲੰਘ ਗਿਆ। ਸੁਬਾਹ ਹੋਈ, ਰਾਜੇ ਤੱਕ ਖਬਰ ਪਹੁੰਚੀ ਵੀ ਤੁਹਾਡੇ ਖਜ਼ਾਨੇ ਨੂੰ ਕਿਸੇ ਨੇ ਸੰਨ ਲਾਈ ਹੈ, ਪਰ ਲੈ ਕੇ ਕੁਝ ਨਹੀਂ ਗਿਆ। ਉਹਨੇ ਕਿਹਾ ਵੀ ਕਮਾਲ ਦੀ ਗੱਲ ਹੈ। ਦਰਬਾਨੀ ਨੂੰ ਪੁੱਛਿਆ, ਉਹ ਕਹਿੰਦਾ ਵੀ ਇੱਕ ਰਾਜੇ ਦੇ ਭੇਸ਼ ਵਿੱਚ ਬੜੇ ਵਧੀਆ ਵਸਤਰ ਪਾ ਕੇ ਆਇਆ ਸੀ। ਰਾਜੇ ਨੇ ਸਾਰੇ ਆਪਣੇ ਰਾਜ ਭਾਗ ਦੇ ਵਿੱਚ ਢੰਡੋਰਾ ਪਟਾਤਾ। ਜਿੰਨੇ ਵੀ ਚੋਰ ਸੀ ਇਲਾਕੇ ਦੇ ਸਾਰੇ ਇਕੱਠੇ ਕਰ ਲਏ, ਕੈਦ ਕਰ ਦਿੱਤੇ। ਮਾਰ ਪੈ ਰਹੀ ਹੈ। ਭੂਮੀਏ ਤੱਕ ਵੀ ਸਾਸਨ ਦੀ ਆਵਾਜ਼ ਗਈ ਵੀ ਰਾਜੇ ਨੇ ਚੋਰ ਪਕੜ ਲਏ ਹੈ। ਤੇ ਉਹਨੇ ਸੋਚਿਆ ਵੀ ਉਹਨਾਂ ਦੇ ਮਾਰ ਪੈ ਰਹੀ ਹੈ ਤੇ ਤਾਂ ਗਰੀਬ ਮਾਰ ਹੋ ਰਹੀ ਹੈ।
ਚੋਰ ਅਸਲ ਤਾਂ ਮੈਂ ਆ, ਉਹ ਜਿਹੜੇ ਨਿਰਦੋਸ਼ ਨੇ ਉਹਨਾਂ ਦੇ ਮਾਰ ਪੈ ਰਹੀ ਹੈ ਤਾਂ ਗਲਤ ਕੰਮ ਹੈ। ਗੁਰੂ ਜੀ ਦਾ ਬਚਨ ਸੀ ਕਿ ਗਰੀਬ ਮਾਰ ਨਹੀਂ ਕਰਨੀ। ਕਹਿੰਦਾ ਭੂਮੀਆ ਕਹਿੰਦਾ ਮਨਾ ਚੱਲ ਰਾਜੇ ਦੇ ਪੇਸ਼ ਹੋ ਕੇ ਸਾਰਾ ਕੁਝ ਦੱਸ ਦੇ। ਤੇ ਜਦੋਂ ਰਾਜੇ ਦੇ ਗਿਆ, ਜਾ ਕੇ ਦਰਬਾਰ ਲੱਗਿਆ, ਹੱਥ ਜੋੜ ਕੇ ਕਹਿੰਦਾ ਇਹਨਾਂ ਨੂੰ ਛੱਡ ਦਿਓ ਸਾਰਿਆਂ ਨੂੰ। ਰਾਜਾ ਕਹਿੰਦਾ ਕਿਉਂ? ਕਹਿੰਦਾ ਕਿਉਂਕਿ ਨਿਰਦੋਸ਼ ਨੇ, ਇਹਨਾਂ ਨੇ ਕੋਈ ਦੋਸ਼ ਨਹੀਂ ਕੀਤਾ, ਇਹਨਾਂ ਨੇ ਕੋਈ ਅਪਰਾਧ ਨਹੀਂ ਕੀਤਾ, ਇਹਨਾਂ ਨੇ ਕੋਈ ਚੋਰੀ ਨਹੀਂ ਕੀਤੀ। ਰਾਜਾ ਕਹਿੰਦਾ ਆਖਿਰ ਕਿਹਨੇ ਕੀਤੀ ਹੈ? ਭੂਮੀਆ ਕਹਿੰਦਾ ਮੈਂ ਕੀਤੀ ਹੈ, ਇਹਨਾਂ ਨੂੰ ਛੱਡ ਦਿਓ, ਇਹ ਗਰੀਬ ਮਾਰ ਹੋ ਰਹੀ ਹੈ ਇਹਨਾਂ ਦੇ ਨਾਲ। ਉਹ ਕਹਿੰਦਾ ਵੀ ਚੋਰ ਕਦੇ ਕਹਿੰਦਾ ਵੀ ਮੈਂ ਚੋਰੀ ਕੀਤੀ ਹੈ, ਤੇ ਤੂੰ ਕਿਵੇਂ ਕਹਿ ਸਕਦਾ ਵੀ ਮੈਂ ਚੋਰੀ ਕੀਤੀ ਹੈ? ਉਹ ਕਹਿੰਦਾ ਵੀ ਤੂੰ ਛੱਡ ਦੇ ਇਹਨਾਂ ਨੂੰ ਪਹਿਲਾਂ, ਰਾਜਨ ਇਹਨਾਂ ਨੂੰ ਛੱਡ ਫੇਰ ਦੱਸਾਂਗਾ। ਉਹਨੇ ਕੈਦਖਾਨੇ ਚੋਂ ਸਾਰੇ ਕੱਢ ਦਿੱਤੇ ਰਾਜੇ ਨੇ। ਤੇ ਫਿਰ ਭੂਮੀਆ ਭਰੀ ਸਭਾ 'ਚ ਕਹਿੰਦਾ ਰਾਜਨ ਮੈਨੂੰ ਮੇਰੇ ਗੁਰੂ ਨਾਨਕ ਨੇ 3 ਬਚਨ ਕਿਹਾ ਸੀ ਮੰਨਣ ਨੂੰ, ਮੈਂ ਗੁਰੂ ਨਾਨਕ ਦੇ 3 ਬਚਨ ਪੁਗਾਏ। ਪਹਿਲਾਂ ਸੱਚ ਬੋਲਿਆ, ਤੇਰੇ ਦਰਬਾਨੀ ਨੂੰ ਮੈਂ ਕਹਿ ਕੇ ਆਇਆ ਵੀ ਮੈਂ ਚੋਰ ਹਾਂ, ਇਹਨੇ ਮੈਨੂੰ ਅੰਦਰ ਜਾਣ ਦੀ ਇਜਾਜ਼ਤ ਦੇ ਦਿੱਤੀ। ਫਿਰ ਮੈਂ ਸਾਰਾ ਸਮਾਨ ਇਕੱਠਾ ਕੀਤਾ ਤੇ ਜਦੋਂ ਆਉਣ ਲੱਗਿਆ ਤੇ ਉੱਥੇ ਲੂਣ ਪਿਆ ਸੀ ਡੱਬੀ ਦੇ ਵਿੱਚ। ਜਦੋਂ ਮੈਂ ਚੱਖਿਆ ਤੇ ਉਹਦੇ ਵਿੱਚ ਲੂਣ ਦਾ ਸਵਾਦ ਆਇਆ ਤੇ ਮੈਂ ਕਿਹਾ ਵੀ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਲੂਣ ਖਾ ਕੇ ਹਰਾਮ ਨਹੀਂ ਕਰਨਾ, ਬੰਨੀ ਬਣਾਈ ਪੰਡ ਮੈਂ ਛੱਡ ਆਇਆ। ਤੇ ਤੀਸਰਾ ਬਚਨ ਵੀ ਗਰੀਬ ਮਾਰ ਨਹੀਂ ਕਰਨੀ। ਇਹ ਗਰੀਬਾਂ ਤੇ ਜ਼ੁਲਮ ਹੋ ਰਿਹਾ ਸੀ, ਇਸ ਕਰਕੇ ਮੈਨੂੰ ਆਪ ਆਉਣਾ ਪਿਆ। ਇਸ ਕਰਕੇ ਰਾਜਨ ਅਸਲ ਚੋਰ ਮੈਂ ਆ। ਤੇ ਫਿਰ ਉਹਨੇ ਰਾਜੇ ਨੇ ਨਾ ਭੂਮੀਏ ਚੋਰ ਨੂੰ ਸਾਧ ਸੰਗਤ ਜੀ ਬਖਸ਼ਿਆ ਹੀ ਨਹੀਂ, ਉਹਨੂੰ ਆਪਣੇ ਰਾਜ ਭਾਗ ਦਾ ਉਹਨੇ ਵਜ਼ੀਰ ਬਣਾ ਲਿਆ। ਕਹਿੰਦਾ ਐਸਾ ਜਿਹੜਾ ਆਪਣੇ ਗੁਰੂ ਦੇ, ਆਪਣੇ ਰਹਿਬਰ ਦੇ ਬਚਨ ਕਮਾ ਰਿਹਾ, ਉਹ ਕਦੇ ਗਲਤ ਕੰਮ ਨਹੀਂ ਕਰ ਸਕਦਾ। ਕਿੱਥੇ ਚੋਰ ਸੀ ਸਾਧ ਸੰਗਤ ਜੀ ਭੂਮੀਆ, ਕਿੱਥੇ ਰਾਜੇ ਦੇ ਦਰਬਾਰ ਦਾ ਵਜ਼ੀਰ ਬਣ ਗਿਆ, ਐਲਕਾਰ ਬਣ ਗਿਆ। ਇਹਨੇ ਗੁਰੂ ਦੇ ਬਚਨ ਕਮਾਉਣ ਦਾ ਫਾਇਦਾ। ਤੇ ਇਸ ਤਰ੍ਹਾਂ ਗੁਰਬਾਣੀ ਨੇ ਵੀ ਕਿਹਾ, ਪਿਆਰ ਨਾਲ ਪੜਿਓ। ਤਾਰਦੇ ਨੇ ਜੀ ਸਾਨੂੰ ਬਚਨ ਗੁਰਾਂ ਦੇ, ਤਾਰਦੇ ਨੇ ਜੀ ਸਾਨੂੰ ਬਚਨ ਗੁਰਾਂ ਦੇ, ਤਾਰਦੇ ਨੇ ਸਾਨੂੰ ਬਚਨ ਗੁਰਾਂ ਦੇ, ਤਾਰਦੇ ਨੇ ਸਾਨੂੰ ਬਚਨ, ਤਾਰਦੇ ਨੇ ਸਾਨੂੰ ਬਚਨ ਗੁਰਾਂ ਦੇ, ਤਾਰਦੇ ਨੇ ਸਾਨੂੰ ਬਚਨ ਗੁਰਾਂ ਦੇ, ਤਾਰਦੇ ਨੇ ਜੀ ਸਾਨੂੰ ਬਚਨ ਗੁਰਾਂ ਦੇ, ਤਾਰਦੇ ਨੇ ਜੀ ਸਾਨੂੰ ਬਚਨ ਗੁਰਾਂ ਦੇ, ਤਾਰਦੇ ਨੇ ਸਾਨੂੰ ਬਚਨ ਗੁਰਾਂ ਦੇ, ਤਾਰਦੇ ਨੇ ਸਾਨੂੰ ਬਚਨ, ਤਾਰਦੇ ਨੇ ਸਾਨੂੰ ਬਚਨ, ਤਾਰਦੇ ਨੇ ਸਾਨੂੰ ਬਚਨ ਗੁਰਾਂ ਦੇ, ਬਚਨ ਗੁਰਾਂ ਦੇ ਤਾਰਣ ਬਚਨ ਗੁਰਾਂ ਦੇ, ਬਚਨ ਗੁਰਾਂ ਦੇ ਤਾਰਣ ਬਚਨ ਗੁਰਾਂ ਦੇ, ਬਚਨ ਗੁਰਾਂ ਦੇ, ਬਚਨ ਗੁਰਾਂ, ਬਚਨ ਗੁਰਾਂ ਦੇ, ਬਚਨ ਗੁਰਾਂ ਦੇ, ਬਚਨ ਗੁਰਾਂ ਦੇ, ਬਚਨ ਗੁਰਾਂ ਦੇ, ਸਾਨੂੰ ਬਚਨ ਗੁਰਾਂ ਦੇ, ਤਾਰਦੇ ਨੇ ਜੀ ਸਾਨੂੰ ਬਚਨ ਗੁਰਾਂ ਦੇ, ਤਾਰਦੇ ਨੇ ਜੀ ਸਾਨੂੰ ਬਚਨ ਗੁਰਾਂ ਦੇ, ਸਾਨੂੰ ਬਚਨ ਗੁਰਾਂ ਦੇ, ਤਾਰਦੇ ਨੇ ਸਾਨੂੰ ਬਚਨ ਗੁਰਾਂ ਦੇ, ਤਾਰਦੇ ਨੇ ਸਾਨੂੰ ਬਚਨ ਗੁਰਾਂ, ਤਾਰਦੇ ਨੇ ਸਾਨੂੰ ਬਚਨ ਗੁਰਾਂ ਦੇ, ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਗੁਰੂ ਦੇ ਬਚਨਾਂ ਵਿੱਚ ਇੰਨੀ ਤਾਕਤ ਹੈ, ਜੇਕਰ ਕੋਈ ਮੰਨ ਲਵੇ। ਮੰਨਣੇ ਹੀ ਔਖੇ ਨੇ ਗੁਰੂ ਦੇ ਬਚਨ, ਤੇ ਜਿਨ੍ਹਾਂ ਨੇ ਗੁਰੂ ਦੇ ਬਚਨ ਮੰਨੇ ਆ, ਜਿਨ੍ਹਾਂ ਨੇ ਗੁਰੂ ਦੇ ਬਚਨ ਕਮਾਏ ਆ ਨਾ,
ਸਾਧ ਸੰਗਤ ਜੀ ਦਾ ਜੀਵਨ ਬਦਲ ਗਿਆ। ਉਹਨਾਂ ਦਾ ਜੀਵਨ ਸਾਧ ਸੰਗਤ ਜੀ ਪਵਿੱਤਰ ਹੋ ਗਿਆ। ਉਹ ਲੋਕ ਸੁਖੀ ਪਰਲੋਕ ਸੇਲੇ ਹੋ ਗਏ ਗੁਰੂ ਦੇ ਬਚਨ ਕਮਾ ਕੇ। ਅਨੇਕਾਂ ਨੇ ਦੋ ਖੰਭ ਗੁਰੂ ਸਾਹਿਬ ਨੇ ਲਾਏ, ਸੇਵਾ ਔਰ ਸਿਮਰਨ। ਸਤਿਗੁਰੂ ਕਹਿੰਦੇ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਚਿਤ ਲਾ ਕੇ ਸੇਵਾ ਕਰ ਗੁਰੂ ਦੀ, ਕੀ ਮਿਲੇਗਾ? ਗੁਰੂ ਦੇ ਦਰਬਾਰ ਦੀ ਸੇਵਾ ਸਫਲ ਹੋ ਜੂ। ਹੋਰ ਕੀ ਮਿਲੇਗਾ? ਸੱਚੇ ਪਾਤਸ਼ਾਹ ਸਤਿਗੁਰੂ ਕਹਿੰਦੇ ਨੇ ਮਨ ਚਿੰਦਿਆ ਫਲ ਪਾਵਣਾ। ਕਹਿੰਦੇ ਮਨ ਭਾਉਂਦਾ ਫਲ ਮਿਲੂਗਾ। ਮਨ ਭਾਉਂਦਾ ਫਲ ਤੇਰੀ ਝੋਲੀ 'ਚ ਪੈ ਜਾਏਗਾ। ਮਨ ਚਿੰਦਿਆ ਫਲ ਪਾਵਣਾ। ਗੁਰੂ ਦੀ ਸੇਵਾ ਕੀਤਿਆਂ ਤੇਰੇ ਵਿੱਚੋਂ ਹਉਮੈ ਨਿਕਲ ਜਾਊਗੀ, ਤੇਰੇ ਵਿੱਚੋਂ ਮਾਣ ਨਿਕਲ ਜਾਊਗਾ। ਜਿਹੜਾ ਹੁਣ ਤੂੰ ਕਹਿੰਦਾ ਨਾ ਵੀ ਮੈਂ ਕਿਉਂ ਜੋੜਿਆਂ ਨੂੰ ਹੱਥ ਲਾਵਾਂ ਸੰਗਤ ਦੇ, ਮੈਨੂੰ ਕੀ ਲੋੜ ਹੈ ਝਾੜੂ ਪਕੜਨ ਦੀ, ਮੈਂ ਕਿਉਂ ਲੰਗਰਾਂ 'ਚ ਵਰਤਾਵਾਂ। ਤੇ ਕਹਿੰਦੇ ਗੁਰੂ ਦੀ ਸੇਵਾ ਕਰਕੇ ਤੇਰੇ ਵਿੱਚੋਂ ਇਹ ਹੰਗਤਾ ਨਿਕਲ ਜੂ, ਤੇਰੇ ਵਿੱਚੋਂ ਮਾਣ ਨਿਕਲ ਜੂਗਾ। ਫਿਰ ਤੂੰ ਭੱਜ ਭੱਜ ਗੁਰੂ ਦੀ ਸੇਵਾ ਕਰੇਗਾ। ਕਿਉਂਕਿ ਗੁਰੂ ਕੇ ਸਿੱਖ ਨੂੰ ਗੁਰੂ ਸਾਹਿਬ ਜੀ ਨੇ ਇੰਨੀ ਨਿਮਰਤਾ ਬਖਸ਼ੀ ਹੈ, ਐਸਾ ਨੀਵਾਂਪਣ ਗੁਰੂ ਦਾ। ਜਿਵੇਂ ਪਾਣੀ ਨੀਵੀਂ ਥਾਂ ਹੀ ਜਾਂਦਾ ਨਾ, ਪਾਣੀ ਦਾ ਸੁਭਾਅ ਕੀ ਹੈ ਜੀ? ਪਾਣੀ ਨੇ ਸਦਾ ਹੀ ਨੀਵੇਂ ਪਾਸੇ ਵਗਣਾ ਹੈ। ਜਿਹੜਾ ਫਲਦਾਰ ਦਰਖਤ ਹੈ ਉਹਦਾ ਵੀ ਸੁਭਾਅ ਹੈ, ਜਦੋਂ ਫਲ ਲੱਗ ਜਾਂਦੇ ਉਹ ਨੀਵਾਂ ਹੀ ਹੁੰਦਾ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਕੇ ਸਿੱਖ ਤੇ ਜਿਉਂ-ਜਿਉਂ ਗੁਰੂ ਦੀ ਬਖਸ਼ਿਸ਼ ਹੁੰਦੀ ਜਾਂਦੀ ਹੈ ਉਹ ਵੀ ਨੀਵਾਂ ਹੁੰਦਾ ਜਾਂਦਾ ਹੈ, ਆਪਣੇ ਅੰਦਰੋਂ ਆਪਣਾ ਭਾਵ ਖਤਮ ਕਰਦਾ ਜਾਂਦਾ ਹੈ। ਜਿਹੜੀਆਂ ਨਦੀਆਂ ਸਾਧ ਸੰਗਤ ਜੀ ਜਿਨ੍ਹਾਂ ਦੀਆਂ ਨਦੀਆਂ ਦੇ ਮੂੰਹ ਸਮੁੰਦਰ ਵੱਲ ਨੇ, ਜੇ ਉਹ ਆਪਣੀ ਹੋਂਦ ਛੱਡਦੀਆਂ ਨੇ ਨਾ ਤਾਂ ਹੀ ਉਹ ਸਮੁੰਦਰ 'ਚ ਜਾ ਕੇ ਮਿਲਦੀਆਂ। ਜਿਸ ਨਦੀ ਨੇ, ਜਿਸ ਨਾਲੇ ਨੇ ਆਪਣੀ ਹੋਂਦ ਨਹੀਂ ਛੱਡੀ ਤੇ ਉਹ ਜਾ ਕੇ ਸਮੁੰਦਰ 'ਚ ਨਹੀਂ ਰਲ ਸਕਦੀ। ਜਿਹੜੇ ਬੰਦੇ ਨੇ ਆਪਣੀ ਹੰਗਤਾ ਨਹੀਂ ਛੱਡੀ, ਜਿਹੜੇ ਬੰਦੇ ਨੇ ਆਪਣਾ ਮਾਣ ਨਹੀਂ ਛੱਡਿਆ, ਉਹ ਕਦੇ ਵੀ ਸਾਧ ਸੰਗਤ ਪ੍ਰਵਾਨ ਨਹੀਂ ਹੋ ਸਕਦਾ। ਇੱਥੇ ਆਪਾਂ ਆਪ ਮਿਟਾਉਣ ਦੀ ਜਾਂਚ ਮਿਲਦੀ ਗੁਰੂ ਚਰਨਾਂ 'ਚ, ਤੇ ਸੇਵਾਕਾਰੀ ਹੋ ਸਕਦਾ ਹੈ ਜਿਹਨੇ ਆਪਣਾ ਆਪਾ ਮਿਟਾਇਆ। ਬੜਿਆਂ ਦੀਆਂ ਉਦਾਹਰਨਾਂ ਮਿਲਦੀਆਂ ਨੇ। ਕਲਗੀਧਰ ਜੀ ਮਹਾਰਾਜ ਦੇ ਜੀਵਨ 'ਚ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਜੰਗ ਲੱਗੀ ਨਾ, ਜੰਗ, ਸਤਿਗੁਰੂ ਮਹਾਰਾਜ ਜੀ ਨੇ ਵੱਖੋ ਵੱਖਰੀਆਂ ਡਿਊਟੀਆਂ ਲਗਾਈਆਂ। ਕਿਸੇ ਨੂੰ ਸ਼ਸਤਰ ਪਕੜਾਏ, ਕਿਸੇ ਨੂੰ ਕੁਛ, ਕਿਸੇ ਨੂੰ ਕੁਛ। ਇੱਕ ਸਿੱਖ ਦੀ ਸੇਵਾ ਲੱਗੀ ਤੇ ਤੂੰ ਪਾਣੀ ਪਿਲਾਉਣਾ ਸਿੱਖਾਂ ਨੂੰ। ਸਾਰੇ ਆਪਾਂ ਨਾਮ ਜਾਣਦੇ ਹੋਵਾਂਗੇ ਸਿੱਖ ਦਾ, ਜਿਨ੍ਹਾਂ ਨੂੰ ਨਹੀਂ ਪਤਾ ਉਹ ਵੀ ਜਾਣ ਲੈਣ। ਭਾਈ ਕਨ੍ਹਈਆ ਜੀ ਮਹਾਨ ਗੁਰੂ ਕੇ ਸਿੱਖ। ਕਨ੍ਹਈਆ ਤੇਰੀ ਡਿਊਟੀ ਹੈ, ਤੇਰੀ ਸੇਵਾ ਹੈ, ਤੂੰ ਸਿੱਖਾਂ ਨੂੰ ਪਾਣੀ ਪਿਲਾਉਣਾ ਹੈ। ਹੁਣ ਕਨ੍ਹਈਆ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਮਹਾਰਾਜ ਤੋਂ ਸਿੱਖੀ ਲਈ ਹੋਈ ਹੈ। ਗੁਰੂ ਤੇਗ ਬਹਾਦਰ ਮਹਾਰਾਜ ਤੋਂ ਉਦੋਂ ਤੋਂ ਸਿੱਖੀ ਹੈ। ਕਲਗੀਧਰ ਮਹਾਰਾਜ ਦਾ ਸਮਾਂ ਆਇਆ, ਉੱਥੇ ਵੀ ਸਿੱਖੀ ਨਿਭਾ ਰਹੇ ਹੈ। ਹੁਣ ਜਿਹੜਾ ਸਿੱਖੀ ਸਾਧ ਸੰਗਤ ਜੀ ਕਈ ਸਾਲਾਂ ਤੋਂ ਸਿੱਖੀ ਨਿਭਾ ਰਿਹਾ, ਉਹਨੂੰ ਪਤਾ ਹੁੰਦਾ ਹੈ ਅਸੂਲ। ਤੁਸੀਂ ਕੰਮ ਕਰਦੇ ਹੋ ਕੋਈ, ਜੇ ਤੁਹਾਨੂੰ ਕੋਈ ਕੰਮ ਕਰਦੇ ਆ 5-4 ਸਾਲ ਹੋ ਗਏ ਨੇ, 10 ਸਾਲ ਹੋ ਗਏ ਨੇ, ਤੁਹਾਨੂੰ ਉਸ ਕੰਮ ਦਾ ਪੂਰਾ ਤਜਰਬਾ ਹੋ ਜਾਂਦਾ ਹੈ, ਐਕਸਪੀਰੀਅੰਸ ਹੋ ਜਾਂਦਾ ਹੈ, ਪੂਰੇ ਮਾਹਰ ਹੋ ਜਾਂਦੇ ਉਸ ਕੰਮ 'ਚ। ਹਰ ਇੱਕ ਉਸ ਕੰਮ ਦੇ ਰੂਲ ਤੁਹਾਨੂੰ ਪਤਾ ਲੱਗ ਜਾਂਦੇ ਨੇ ਵੀ ਆਹ ਕੰਮ ਕਿਵੇਂ ਹੋਣਾ ਹੈ, ਦੂਸਰਿਆਂ ਨੂੰ ਦੱਸਦੇ ਆ। ਤੇ ਜਿਹਨੂੰ ਸਾਧ ਸੰਗਤ ਜੀ ਸਿੱਖੀ ਗ੍ਰਹਿਣ ਕੀਤਿਆਂ ਸਾਲਾਂ ਦੇ ਸਾਲ ਹੋ ਗਏ ਹੁਣ, ਉਹਨੂੰ ਸਾਰਾ ਕੁਝ ਪਤਾ ਹੁੰਦਾ ਵੀ ਸਿੱਖੀ ਕੀ ਹੈ। ਉਹ ਸਾਡੇ ਵਰਗੇ ਨੇ ਜਿਨ੍ਹਾਂ ਨੂੰ ਸਾਰੀ ਜ਼ਿੰਦਗੀ ਗੁਰਦੁਆਰੇ ਮੱਥੇ ਟੇਕਦਿਆਂ ਨੂੰ ਹੋ ਜਾਂਦੀ ਹੈ, ਪਰ ਸਾਧ ਸੰਗਤ ਦੀ ਸਿੱਖੀ ਦੀ ਸਮਝ ਨਹੀਂ ਆਉਂਦੀ। ਪਰ ਜਿਹੜੇ ਪਿਆਰ ਵਾਲੇ ਨੇ ਉਹ ਸਮਝ ਜਾਂਦੇ ਗੁਰੂ ਕੀ ਸਿੱਖੀ ਨਹੀਂ, ਵੀ ਗੁਰੂ ਕੀ ਸਿੱਖੀ ਕੀ ਹੈ। ਆਪਾਂ ਤਾਂ ਕੱਟੜਵਾਦ 'ਚ ਪਏ ਹੋਏ ਆ। ਆਹ ਮੋਨ ਹੈ ਜੀ ਦੇ ਨਾਲ ਨਹੀਂ ਵਰਤਣਾ, ਇਹ ਪੱਤ ਹੈ ਜੀ ਦੇ ਨਾਲ ਨਹੀਂ ਵਰਤਣਾ। ਜੇ ਮਾੜੇ ਕੋਲ ਜਾਵਾਂਗੇ, ਉਹਨੂੰ ਸਮਝਾਵਾਂਗੇ ਤਾਂ ਹੀ ਉਹਦਾ ਜੀਵਨ ਬਦਲੂ। ਆਪਾਂ ਤਾਂ ਸ਼ਰਾਬੀ ਕੋਲ ਜਾ ਕੇ ਰਾਜੀ ਨਹੀਂ ਹਾਂ। ਆਪਾਂ ਕਹਿੰਦੇ ਨੇ ਸ਼ਰਾਬ ਪੀਤੀ ਆ, ਅਸੀਂ ਕਿਉਂ ਜਾਈਏ। ਉਹਦੇ ਕੋਲ ਜਾ ਕੇ ਆਪਾਂ ਜੇ ਉਹਨੂੰ ਸਮਝਾਵਾਂਗੇ, ਖੌਰੇ ਉਹਦਾ ਜੀਵਨ ਹੀ ਬਦਲ ਜੇ।
ਪਰ ਸਿੱਖੀ ਜਿਹੜੀ ਹੈ ਉਹ ਜੋੜਦੀ ਹੈ, ਆਪਣੇ ਵੱਲ ਖਿੱਚਦੀ ਹੈ ਹਰ ਇੱਕ ਬੰਦੇ ਨੂੰ, ਭਾਵੇਂ ਉਹ ਪਤਿਤ ਹੈ, ਭਾਵੇਂ ਉਹ ਅਪਰਾਧੀ ਹੈ, ਭਾਵੇਂ ਉਹ ਗੁਨੇਗਾਰ ਹੈ। ਜਿਹੜੀ ਸਿੱਖੀ ਹੈ ਉਹ ਹਰ ਇੱਕ ਬੰਦੇ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ, ਆਪਣੇ ਵੱਲ ਖਿੱਚਦੀ ਹੈ ਬਦਲਣ ਵਾਸਤੇ। ਤੇ ਕਨ੍ਹਈਆ ਜੀ ਸਿੱਖੀ ਦੀ ਸਮਝ ਹੈ। ਗੁਰੂ ਕਲਗੀਧਰ ਮਹਾਰਾਜ ਕਹਿੰਦੇ ਤੂੰ ਸਿੱਖਾਂ ਨੂੰ ਪਾਣੀ ਪਿਲਾਉਣਾ ਹੈ। ਸਤ ਬਚਨ ਮਹਾਰਾਜ ਜੀ। ਹੁਣ ਅਨੰਦਪੁਰ ਸਾਹਿਬ ਦੀ ਜੰਗ ਪ੍ਰਾਰੰਭ ਹੈ, ਸ਼ੁਰੂ ਹੋਈ ਹੈ। ਹੁਣ ਜੰਗ ਦੇ ਮੈਦਾਨ ਵਿੱਚ ਸਿੱਖ ਵੀ ਚੜ੍ਹਾਈ ਕਰ ਰਹੇ, ਸ਼ਹੀਦ ਹੋ ਰਹੇ, ਜ਼ਖਮੀ ਹੋ ਰਹੇ। ਵਿੱਚੇ ਪਹਾੜੀ ਰਾਜਿਆਂ ਦੇ ਸੈਨਿਕ, ਵਿੱਚੇ ਮੁਗਲ, ਸਾਰੇ ਕੱਟਾ ਵੱਢੀ ਹੋ ਰਹੀ, ਲੜਾਈ ਹੋ ਰਹੀ ਹੈ ਜੰਗ 'ਚ। ਹੁਣ ਭਾਈ ਕਨ੍ਹਈਆ ਜੀ ਨੇ ਆਪਣੀ ਮਸ਼ਕ ਭਰੀ ਪਾਣੀ ਨਾਲ। ਅਨੰਦਪੁਰ ਸਾਹਿਬ ਦੀ ਧਰਤੀ ਤੇ ਉਹਨਾਂ ਦਾ ਸਥਾਨ ਵੀ ਬਣਿਆ। ਕਿਤੇ ਅਨੰਦਪੁਰ ਸਾਹਿਬ ਜਾਓ, ਜਦੋਂ ਕਿਲ੍ਹਾ ਤਾਰਾਗੜ੍ਹ ਸਾਹਿਬ ਨੂੰ ਜਾਂਦੇ ਆ, ਹੇਠਾਂ ਨਦੀ ਵਾਲੇ ਪਾਸੇ ਭਾਈ ਕਨ੍ਹਈਆ ਜੀ ਦਾ ਸਥਾਨ ਆ। ਉਹਨਾਂ ਦੀਆਂ ਬੌੜੀਆਂ ਵੀ ਬਣੀਆਂ ਜਿੱਥੋਂ ਪਾਣੀ ਭਰਦੇ ਸੀ। ਬੜੀ ਦਰਸ਼ਨ ਕਰਨ ਯੋਗ ਜਗ੍ਹਾ ਹੈ। ਪਾਣੀ ਭਰਦੇ ਨੇ, ਮਸ਼ਕ ਦੇ ਵਿੱਚ ਪਾਉਂਦੇ ਨੇ। ਹੁਣ ਜਿੱਥੇ ਸਿੱਖਾਂ ਦੇ ਮੂੰਹ 'ਚ ਪਾਣੀ ਪੈਂਦਾ ਉੱਥੇ ਭਾਈ ਕਨ੍ਹਈਆ ਜੀ ਜਿਹੜਾ ਕੋਈ ਵੀ ਜ਼ਖਮੀ ਦਿਸਦਾ ਉਹਦੇ ਮੂੰਹ 'ਚ ਪਾਣੀ ਪਾਈ ਜਾਂਦੇ। ਕੋਈ ਵੀ ਦਿਸਦਾ, ਭਾਵੇਂ ਉਹ ਮੁਗਲ ਹੈ, ਮੁਸਲਮਾਨ ਹੈ, ਭਾਵੇਂ ਕੋਈ ਉਹ ਹਿੰਦੂ ਹੈ, ਜਿਹੜਾ ਪਾਣੀ ਦੀ ਪੁਕਾਰ ਕਰਦਾ ਉਹਦੇ ਮੂੰਹ 'ਚ ਪਾਣੀ ਪੈਂਦਾ। ਕੌਣ ਪਾਉਂਦਾ? ਭਾਈ ਕਨ੍ਹਈਆ। ਸਿੱਖ ਕਹਿੰਦਾ ਉਹਦੇ ਮੂੰਹ 'ਚ ਵੀ ਪਾਣੀ ਪੈਂਦਾ। ਹੁਣ ਜਿਹੜੀ ਸੇਵਾ ਉਹ ਇਹ ਥੋੜਾ ਵੀ ਹੁਣ ਸਿੱਖਾਂ ਦੀ ਸੇਵਾ ਕਰਨੀ ਆਪਾਂ, ਲੋੜਵੰਦ ਦੀ ਸੇਵਾ। ਗੁਰੂ ਸਾਹਿਬ ਨੇ ਕਿਹਾ ਲੋੜਵੰਦ ਦੀ ਸੇਵਾ ਕਰੋ, ਜਿਹਨੂੰ ਜ਼ਰੂਰਤ ਹੈ ਉਹਦੀ ਸੇਵਾ ਕਰੋ। ਕੋਈ ਵੀ ਹੋ ਸਕਦਾ ਹੈ। ਮਾਨਸ ਕੀ ਜਾਤ ਸਭ ਹੈ, मानस की जात सब है एक है पहचान वो। अवल अल्लाह नूर उपाया कुदरत के सब बंदे, एक नूर ते सब जग उपजया कौन भले को बंदे। हुण ते थोड़ा वेखना भी हिंदू आया इनू नहीं असीं भोजन छकाउणा। संगत च कदे रोक टोक होंदी है भी ये मोना बंदा है जी ये नहीं आ सकता, ये तो शराब पीती सी रात इन्हें, कल शराब पीती सी अज नहीं आ सकता। कदे है रोक? कदे नहीं रोकया जाता। ये तो साध संग जी जय दर आवत जाते हो हट के नाही कोए, सो दर कैसे छोड़िए जो दर ऐसा होए। कबीर साहब कहते जेड़े दर उत्ते जां ना आउण लग्या रोक ना इत्थों जाण लग्या रोक, जह दर आवत जाते हो हट के नाही कोए, जिस दर ते आउण जाण दी कोई मनाही नहीं। कबीर साहब कहते दसो भाई गुरसिखो ਇਹੋ ਜਿਹੇ ਦਰ ਨੂੰ ਕੋਈ ਛੱਡਣਾ ਚਾਹੂਗਾ ਜਿੱਥੇ ਕੋਈ ਪਾਬੰਦੀ ਨਹੀਂ, ਜਦੋਂ ਮਰਜੀ ਆਓ ਜਦੋਂ ਮਰਜੀ ਜਾਓ। ਕਬੀਰ ਸਾਹਿਬ ਕਹਿੰਦੇ ਐਸੇ ਦਰ ਨੂੰ ਤਾਂ ਕਦੇ ਛੱਡਣ ਨੂੰ ਚਿੱਤ ਹੀ ਨਹੀਂ ਕਰਦਾ। ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ। ਇਸ ਤਰ੍ਹਾਂ ਕਿਹਾ ਕਬੀਰ ਸਾਹਿਬ ਨੇ, ਦਰ ਕਦੇ ਨਾ ਛੱਡੀਏ ਜੀ ਐਸੇ ਪਿਆਰੇ ਦਾ, ਕਦੇ ਨਾ ਛੱਡੀਏ ਜੀ ਐਸੇ ਪਿਆਰੇ ਦਾ, ਕਦੇ ਨਾ ਛੱਡੀਏ ਜੀ ਐਸੇ ਪਿਆਰੇ ਦਾ, ਦਰ ਕਦੇ ਨਾ ਛੱਡੀਏ ਜੀ ਐਸੇ ਪਿਆਰੇ ਦਾ, ਕਦੇ ਨਾ ਛੱਡੀਏ ਜੀ ਐਸੇ ਪਿਆਰੇ ਦਾ, ਦਰ ਕਦੇ ਨਾ ਛੱਡੀਏ ਜੀ ਐਸੇ ਪਿਆਰੇ ਦਾ, ਕਦੇ ਨਾ ਛੱਡੀਏ ਜੀ ऐसे सतगुर दा, कदे ना छड्डिए जी ऐसे सतगुर दा, कदे ना छड्डिए जी ऐसे सतगुर दा, दर कदे ना छड्डिए जी ऐसे सतगुर दा, कदे ना छड्डिए जी ऐसे प्यारे दा, दर कदे ना छड्डिए जी ऐसे सतगुर दा, कदे ना छड्डिए कदे ना छड्डिए, कदे ना छड्डिए कदे ना छड्डिए, कदे ना छड्डिए कदे ना छड्डिए कदे ना छड्डिए, कदे ना छड्डिए कदे ना छड्डिए, दर कदे ना छड्डिए कदे ना छड्डिए, कदे ना छड्डिए कदे ना छड्डिए, कदे ना छड्डिए कदे ना छड्डिए,
ਕਦੇ ਨਾ ਛੱਡੀਏ, ਕਦੇ ਨਾ ਛੱਡੀਏ, ਕਦੇ ਨਾ ਛੱਡੀਏ। ਦਰ ਕਦੇ ਨਾ ਛੱਡੀਏ ਜੀ ਐਸੇ ਸਤਿਗੁਰ ਦਾ, ਕਦੇ ਨਾ ਛੱਡੀਏ ਜੀ ਐਸੇ ਸਤਿਗੁਰ ਦਾ। ਕਦੇ ਨਾ ਛੱਡੀਏ ਜੀ ਐਸੇ ਸਤਿਗੁਰ ਦਾ ਦਰ, ਕਦੇ ਨਾ ਛੱਡੀਏ ਜੀ ਐਸੇ ਸਤਿਗੁਰ ਦਾ। ਕਦੇ ਨਾ ਛੱਡੀਏ ਜੀ ਐਸੇ ਸਤਿਗੁਰ ਦਾ, ਕਦੇ ਨਾ ਛੱਡੀਏ ਜੀ ਐਸੇ ਸਤਿਗੁਰ ਦਾ। ਜਹ ਦਰਿਆਵਤ ਜਾਤਿਓ ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋ। ਉਸ ਦਰ ਨੂੰ ਕਿਵੇਂ ਛੱਡੀਏ ਜਿੱਥੇ ਕੋਈ ਰੋਕ ਟੋਕ ਨਹੀਂ, ਕਿ ਜਿੱਥੇ ਕੋਈ ਮਨਾਹੀ ਨਹੀਂ। ਕਬੀਰ ਸਾਹਿਬ ਕਹਿੰਦੇ ਐਸੇ ਦਰ ਨੂੰ ਛੱਡਣ ਨੂੰ ਚਿੱਤ ਨਹੀਂ ਕਰਦਾ। ਭਾਈ ਕਨ੍ਹਈਆ ਜੀ ਸਾਰਿਆਂ ਦੇ ਮੂੰਹ 'ਚ ਪਾਣੀ ਪਾਉਂਦੇ। ਕੋਈ ਆ ਗਿਆ ਕਿਸੇ ਨੂੰ ਪਾਣੀ ਤੋਂ ਖਾਲੀ ਨਹੀਂ, ਇਹ ਨਹੀਂ ਵੇਖਦੇ ਕੌਣ ਹੈ। ਸਾਧ ਸੰਗਤ ਜੀ ਸਿੱਖੀ ਇਹੀ ਹੈ। ਸਿੱਖੀ ਦਾ ਜਿਹੜਾ ਸਾਧ ਸੰਗਤ ਜੀ ਅਸਲ ਮਾਇਨਾ ਉਹ ਇਹੀ ਹੈ ਜਿੱਥੇ ਪਤਾ ਹੀ ਨਾ ਲੱਗੇ ਵੀ ਕੌਣ ਹੈ, ਉਹਨੂੰ ਸਿੱਖੀ ਕਹਿੰਦੇ ਆ। ਜਿੱਥੇ ਜਾਤਾਂ ਪਾਤਾਂ ਪਰਖੀਆਂ ਜਾਣ ਉਹ ਸਿੱਖੀ ਨਹੀਂ ਹੈ। ਸਿੱਖੀ ਤਾਂ ਸਾਂਝੀ ਵਾਲਤਾ ਦਾ ਗੁਰੂ ਸਾਹਿਬ ਜੀ ਨੇ ਖੰਡੇ ਬੱਟ ਦੀ ਜਿਹੜੀ ਪੌਲ ਦਿੱਤੀ ਹੈ ਉਹਦੇ ਵਿੱਚ ਇਹੀ ਸਿਖਾਇਆ। ਇੱਕੋ ਬਾਟੇ 'ਚ ਸਾਰਿਆਂ ਨੂੰ ਅੰਮ੍ਰਿਤ ਛਕਾਇਆ, ਭਾਵੇਂ ਉਹ ਕਿਸੇ ਵੀ ਜਾਤ ਨਾਲ ਸੰਬੰਧ ਰੱਖਣ ਵਾਲਾ ਸੀ। ਗੁਰੂ ਸਾਹਿਬ ਜੀ ਨੇ ਲਾਈਨਾਂ ਥੋੜਾ ਲਵਾਈਆਂ ਵੀ ਤੁਸੀਂ ਆਹ ਜਾਤ ਦੇ ਹੋ, ਤੁਸੀਂ ਆਹ ਜਾਤ ਦੇ ਹੋ, ਤੁਸੀਂ ਆਹ ਜਾਤ ਦੇ ਹੋ। ਸਤਿਗੁਰੂ ਕਹਿੰਦੇ ਸਾਰੇ ਭਾਈ ਇਕੱਠੇ ਹੋ ਜਾਓ। ਬਾਟਾ ਤਿਆਰ ਹੋਇਆ ਅੰਮ੍ਰਿਤ ਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰਿਆਂ ਨੂੰ ਇੱਕੋ ਬਾਟੇ 'ਚ, ਅੱਜ ਵੀ ਇੱਕੋ ਹੀ ਬਾਟੇ ਛਕਾਇਆ ਜਾਂਦਾ। ਤੇ ਪਹਾੜੀ ਰਾਜੇ ਵੀ ਆਏ ਸੀ, ਕਹਿੰਦੇ ਮਹਾਰਾਜ ਅਸੀਂ ਵੀ ਅੰਮ੍ਰਿਤ ਛਕ ਲਾਂਗੇ, ਪਰ ਸਾਡੀ ਸ਼ਰਤ ਹੈ ਵੀ ਸਾਡਾ ਅੰਮ੍ਰਿਤ ਵੱਖਰਾ ਤਿਆਰ ਕਰੋ। ਤੇ ਧੰਨ ਗੁਰੂ ਕਲਗੀਧਰ ਕਹਿੰਦੇ ਵੱਖਰਾ ਤਾਂ ਤਿਆਰ ਹੋਣਾ ਹੀ ਨਹੀਂ, ਇਹ ਤਾਂ ਇਕੱਠਾ ਕਰਨ ਵਾਲਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵੱਖਰਾ ਨਹੀਂ ਹੈ, ਅੰਮ੍ਰਿਤ ਨੇ ਤਾਂ ਇੱਕ ਕਰਨਾ ਹੈ ਸਾਰਿਆਂ ਨੂੰ। ਤੇ ਤੁਹਾਡਾ ਵੱਖਰਾ ਕਰਕੇ ਮਰਿਆਦਾ ਥੋੜਾ ਖਰਾਬ ਕਰਨੀ। ਸਤਿਗੁਰੂ ਕਹਿੰਦੇ ਅੰਮ੍ਰਿਤ ਇੱਕ ਕਰਦਾ ਹੈ। ਸਤਿਗੁਰੂ ਨੇ ਇੱਕ ਬਾਟੇ ਵਿੱਚ ਛਕਾਇਆ, ਸਾਰਿਆਂ ਨੂੰ ਇੱਕ ਕੀਤਾ ਗੁਰੂ ਸਾਹਿਬ ਨੇ। ਤੇ ਸਤਿਗੁਰੂ ਕਹਿੰਦੇ ਇਹ ਅੰਮ੍ਰਿਤ ਇੱਕ ਕਰਦਾ ਹੈ। ਸਿੱਖੀ ਵੀ ਇੱਕ ਕਰਦੀ ਸਾਰਿਆਂ ਨੂੰ। ਸਿੱਖੀ ਵਿੱਚ ਕੋਈ ਜਾਤ ਪਾਤ ਨਹੀਂ, ਰੱਬ ਦੇ ਘਰ ਵਿੱਚ ਵੀ ਕੋਈ ਜਾਤ ਪਾਤ ਨਹੀਂ, ਗੁਰੂ ਦੇ ਦਰ ਤੇ ਕੋਈ ਜਾਤ ਪਾਤ ਨਹੀਂ। ਜਾਤ ਜਨਮ ਨਾ ਪੁੱਛੀ ਐ ਸੱਚ ਕਰ ਲਿਓ ਬਤਾਏ। ਇੱਥੇ ਜਾਤ ਨਹੀਂ ਪੁੱਛੀ ਜਾਣੀ, ਇੱਥੇ ਜਨਮ ਨਹੀਂ ਪੁੱਛਿਆ ਜਾਣਾ ਵੀ ਕਿੱਥੇ ਹੋਇਆ। ਇੱਥੇ ਕਰਮ ਨੋਟ ਕੀਤਾ ਜਾਣਾ ਵੀ ਕਰਮ ਕੀ ਹੈ। ਕਰਮ ਦੀ ਖੇਡ ਹੈ ਸਾਰੀ। ਤੇ ਸਾਧ ਸੰਗਤ ਜੀ ਭਾਈ ਕਨ੍ਹਈਆ ਜੀ ਜਾਂ ਸਾਰਿਆਂ ਦੇ ਮੂੰਹ 'ਚ ਪਾਣੀ। ਉਸ ਜੰਗ ਦੇ ਮੈਦਾਨ ਵਿੱਚ ਸਾਡੇ ਵਰਗੇ ਵੀ ਸੀ, ਸਾਡੇ ਵਰਗੇ ਜਿਹੜੇ ਸਦਾ ਨੋਟ ਹੀ ਕਰਦੇ ਰਹਿੰਦੇ ਆ ਵੀ ਉਹ ਕੀ ਕਰਦਾ ਹੈ, ਉਹ ਕੀ ਕਰਦਾ ਹੈ, ਉਹ ਕੀ ਕਰਦਾ ਹੈ। ਕਈਆਂ ਦੀ ਡਿਊਟੀ ਉਹ ਇਹ ਹੈ ਵੀ ਫਲਾਣਾ ਕੀ, ਆਪ ਨਹੀਂ ਕਰਨਾ ਕੁਝ ਵੀ, ਦੂਸਰੇ ਨੂੰ ਵੇਖਣਾ ਉਹ ਕੀ ਕਰਦਾ ਹੈ, ਉਹ ਕੀ ਕਰਦਾ ਹੈ। ਤੇ ਸਾਸਤਨੀ ਸਿੱਖਾਂ ਨੇ ਵੇਖਿਆ ਵੀ ਕਨ੍ਹਈਆ ਤਾਂ ਸਿੱਖਾਂ ਨੂੰ ਤਾਂ ਪਾਣੀ ਪਿਲਾਉਂਦਾ ਹੀ ਹੈ, ਬਾਕੀ ਸਾਰਿਆਂ ਨੂੰ ਪਿਲਾਈ ਜਾਂਦਾ ਹੈ। ਜਿਹੜੇ ਐਸੇ ਬੰਦੇ ਹੁੰਦੇ ਨੇ ਨਾ ਵੇਖਣ ਵਾਲੇ, ਉਹ ਫਿਰ ਸ਼ਿਕਾਇਤ ਕਰਦੇ। ਤੇ ਭਾਈ ਕਨ੍ਹਈਆ ਜੀ ਦੀ ਸ਼ਿਕਾਇਤ ਕੀਤੀ। ਕਿੱਥੇ ਕੀਤੀ? ਗੁਰੂ ਕਲਗੀਧਰ ਮਹਾਰਾਜ ਦੇ ਚਰਨਾਂ 'ਚ। ਸੱਚੇ ਪਾਤਸ਼ਾਹ ਜਿਹੜੇ ਸਿੱਖ ਦੀ ਤੁਸੀਂ ਸੇਵਾ ਲਾਈ ਹੈ ਸਿੱਖਾਂ ਨੂੰ ਪਾਣੀ ਪਿਲਾਉਣ ਨੂੰ, ਮਹਾਰਾਜ ਜੀ ਉਹ ਸਿੱਖਾਂ ਨੂੰ ਤਾਂ ਪਾਣੀ ਪਿਲਾਉਂਦਾ ਹੀ ਹੈ, ਬਾਕੀ ਸਾਰੇ ਦੁਸ਼ਮਣਾਂ ਨੂੰ ਵੀ ਪਿਲਾਈ ਜਾਂਦਾ ਹੈ। ਅਸੀਂ ਮਾਰ ਕੇ ਘਾਟ ਉਤਾਰਦੇ ਉਹਨਾਂ ਨੂੰ, ਅਸੀਂ ਮੌਤ ਦੇ ਘਾਟ ਉਤਾਰਦੇ ਹਾਂ ਦੁਸ਼ਮਣ ਨੂੰ, ਪਰ ਤੁਹਾਡੇ ਸਿੱਖ ਦੀ ਸੇਵਾ ਲੱਗੀ ਆ ਉਹ ਦੁਸ਼ਮਣਾਂ ਨੂੰ ਪਾਣੀ ਪਿਲਾ ਕੇ ਦੁਆਰੇ ਖੜੇ ਕਰੀ ਜਾਂਦਾ ਹੈ। ਜਦੋਂ ਕਲਗੀਧਰ ਜੀ ਦੇ ਕੰਨਾਂ 'ਚ ਆਵਾਜ਼ ਪਈ, ਹੁਣ ਗੁਰੂ ਸਾਹਿਬ ਜੀ ਤਾਂ ਜਾਣੀ ਜਾਣਦੇ ਨਾ, ਗੁਰੂ ਸਾਹਿਬ ਤਾਂ ਜਾਣੀ ਜਾਣਦੇ। ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ। ਗੁਰੂ ਕਲਗੀਧਰ ਮਹਾਰਾਜ ਕਹਿੰਦੇ ਅੱਛਾ ਦੁਸ਼ਮਣਾਂ ਨੂੰ ਪਾਣੀ ਪਿਲਾਉਂਦਾ ਹੈ? ਹਾਂ ਮਹਾਰਾਜ ਜੀ ਦੁਸ਼ਮਣਾਂ ਨੂੰ ਪਾਣੀ ਪਿਲਾਉਂਦਾ ਹੈ। ਤੇ ਧੰਨ ਗੁਰੂ ਕਲਗੀਧਰ ਮਹਾਰਾਜ ਕਹਿੰਦੇ ਲਿਆਓ, ਬੁਲਾ ਕੇ ਲੈ ਕੇ ਆਓ।
ਸਿੱਖ ਨੂੰ ਬੁਲਾ ਲਿਆ। ਸਿੱਖ ਆ ਗਿਆ। ਭਾਈ ਕਨਈਆ ਗੁਰੂ ਚਰਨਾਂ 'ਚ ਆ ਗਿਆ। ਹੱਥ ਜੋੜ ਲਏ, ਗਲ 'ਚ ਪੱਲਾ, ਸੀਸ ਨੀਵਾਂ ਹੈ। ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੁਲਾਇਆ। ਕੋਈ ਕੁਤਾਹੀ ਹੋਈ ਹੋਵੇਗੀ। ਤੇ ਜਦੋਂ ਕਲਗੀਧਰ ਮਹਾਰਾਜ ਦੇ ਚਰਨਾਂ ਵਿੱਚ ਪਹੁੰਚਿਆ, ਸਤਿਗੁਰੂ ਕਹਿਣ ਲੱਗੇ, ਸਿੱਖਾ ਕੀ ਇਹ ਸਿੱਖ ਸੱਚ ਬੋਲਦੇ ਨੇ? ਕਹਿੰਦਾ ਮਹਾਰਾਜ ਜੀ ਕੋਈ ਗਲਤੀ ਹੋ ਗਈ ਦਾਸ ਪਾਸੋਂ। ਸਤਿਗੁਰੂ ਕਹਿੰਦੇ ਸਿੱਖ ਕਹਿੰਦੇ ਐ ਤੂੰ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਉਂਦਾ ਹੈ। ਕਨਈਆ ਮੁੱਕਰ ਗਿਆ। ਕਹਿੰਦਾ ਮਹਾਰਾਜ ਜੀ ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਲਾਇਆ। ਜਾਣੀ ਜਾਣ ਸਤਿਗੁਰੂ ਪਤਾ ਹੈ ਮਹਾਰਾਜ ਨੂੰ, ਪਰ ਦੂਜਿਆਂ ਨੂੰ ਸਮਝਾਉਣਾ ਹੈ ਵੀ ਸਿੱਖੀ ਹੁੰਦੀ ਤੇ ਹੁੰਦੀ ਕੀ ਹੈ। ਭੁੱਲਿਆ ਹੋਇਆ ਨੂੰ ਸਮਝਾਉਣਾ ਹੈ ਵੀ ਸਿੱਖੀ ਕੀ ਹੁੰਦੀ। ਸਮਝਾਉਣਾ ਢੰਗ ਤਰੀਕਾ ਪ੍ਰੈਕਟੀਕਲ ਰੂਪ ਦੇ ਵਿੱਚ। ਕਈ ਵਾਰ ਹੁੰਦਾ ਨਹੀਂ ਬਈ ਵੀ ਕਹਿਣਾ ਧੀ ਨੂੰ ਤੇ ਸਮਝਾਉਣਾ ਨੂੰਹ ਨੂੰ ਹੁੰਦਾ ਹੈ। ਤੇ ਜੇ ਨੂੰਹ ਨੂੰ ਸਮਝਾਉਣਾ ਹੋਵੇ ਨਾ ਤੇ ਸਾਸ ਜੀ ਮਾਂ ਧੀ ਨੂੰ ਕਹਿੰਦੀ ਹੈ ਤੂੰ ਆ ਨਹੀਂ ਕਰਦੀ, ਤੂੰ ਉਹ ਨਹੀਂ ਕਰਦੀ, ਤੂੰ ਸਹੁਰੇ ਘਰ 'ਚ ਜਾਵੇਂਗੀ ਫਿਰ ਕੀ ਕਰੇਂਗੀ। ਉਹ ਕਹਿਣ ਦਾ ਭਾਵ ਉਹਦਾ ਆਪਣੀ ਨੂੰਹ ਨੂੰ ਹੁੰਦਾ ਹੈ, ਪਰ ਸਮਝਾ ਧੀ ਨੂੰ ਰਹੀ ਹੁੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਸਿੱਖਾਂ ਭੁੱਲੜ ਸਿੱਖਾਂ ਨੂੰ ਸਮਝਾਉਣਾ ਹੈ ਜਿਨ੍ਹਾਂ ਨੂੰ ਸਿੱਖੀ ਦੀ ਸਮਝ ਨਹੀਂ ਹੈ ਵੀ ਸਿੱਖੀ ਹੁੰਦੀ ਕੀ ਹੈ। ਤੇ ਜਾਣੀ ਜਾਣ ਸਤਿਗੁਰੂ ਕਹਿੰਦੇ ਕਨਈਆ ਕੀ ਇਹ ਸਿੱਖ ਸੱਚ ਬੋਲਦੇ ਨੇ? ਤੂੰ ਦੁਸ਼ਮਣਾਂ ਨੂੰ ਪਾਣੀ ਪਿਲਾਉਂਦਾ ਹੈ। ਜਾਣੀ ਜਾਣ ਦੇ ਮਹਾਰਾਜ ਉਹ ਕਹਿੰਦਾ ਮਹਾਰਾਜ ਜੀ ਮੈਂ ਤਾਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਲਾਉਂਦਾ। ਅੱਗੋਂ ਜਿਹੜੇ ਉਹ ਖੜੇ ਨੇ ਸਿੱਖ ਕਹਿੰਦੇ ਮਹਾਰਾਜ ਇਹ ਝੂਠ ਬੋਲਦਾ ਹੈ, ਇਹ ਝੂਠ ਬੋਲਦਾ ਹੈ। ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ ਦੁਸ਼ਮਣਾਂ ਨੂੰ ਪਾਣੀ ਪਿਲਾਉਂਦਾ ਹੈ। ਸਤਿਗੁਰੂ ਕਹਿੰਦੇ ਦੱਸ ਖਾਂ ਸਿੱਖਾ ਤੂੰ ਦੁਸ਼ਮਣਾਂ ਨੂੰ ਪਾਣੀ ਪਿਲਾਉਂਦਾ ਹੈ? ਕਹਿੰਦਾ ਮਹਾਰਾਜ ਜੀ ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਲਾਇਆ। ਜਾਣੀ ਜਾਣ ਨੇ ਸਤਿਗੁਰੂ ਨੂੰ ਪਤਾ ਹੈ ਕਿਹਦੇ ਅੰਦਰ ਕੀ ਚੱਲ ਰਿਹਾ ਹੈ। ਸਤਿਗੁਰੂ ਨੂੰ ਪਤਾ ਹੈ ਅਸੀਂ ਵੀ ਬੈਠੇ ਆ ਸਾਰੇ। ਸਤਿਗੁਰੂ ਨੂੰ ਪਤਾ ਵੀ ਕੋਈ ਕਿੰਨਾ ਕੁ ਪ੍ਰੇਮ ਲੈ ਕੇ ਬੈਠਾ ਹੈ, ਕੋਈ ਕਿੰਨੀ ਕੁ ਸ਼ਰਧਾ ਲੈ ਕੇ ਬੈਠਾ ਹੈ। ਸਤਿਗੁਰੂ ਨੂੰ ਸਾਰਿਆਂ ਦਾ ਪਤਾ ਹੈ। ਤੇ ਸਾਧ ਸੰਗਤ ਜੀ ਜਿਹਾ ਭਾਓ ਤੇਹਾ ਫਲ ਪਾਈਏ। ਜਿਹੋ ਜਿਹਾ ਭਾਓ ਜਿਹੋ ਜਿਹਾ ਪ੍ਰੇਮ ਲੈ ਕੇ ਅਸੀਂ ਗੁਰੂ ਚਰਨਾਂ 'ਚ ਬਹਿਨੇ ਆ, ਗੁਰੂ ਸਾਹਿਬ ਸੱਚੇ ਪਾਤਸ਼ਾਹ ਉਹੋ ਜੀ ਬਖਸ਼ਿਸ਼ ਸਾਡੇ ਉੱਤੇ ਕਰ ਦਿੰਦੇ। ਇਸ ਕਰਕੇ ਗੁਰੂ ਦੇ ਚਰਨਾਂ 'ਚ ਸਦਾ ਪਿਆਰ ਨਾਲ ਬੈਠੋ। ਗੁਰੂ ਦੀ ਸੇਵਾ ਸਦਾ ਪਿਆਰ ਨਾਲ ਕਰੋ, ਭਾਵੇਂ ਥੋੜੀ ਕਰੋ ਪਰ ਪਿਆਰ ਨਾਲ ਕਰੋ, ਸ਼ਰਧਾ ਨਾਲ ਕਰੋ, ਆਪਣਾ ਆਪਾ ਖਤਮ ਕਰਕੇ ਕਰੋ। ਦਵੈਤ ਈਰਖਾ ਦੀਆਂ ਕੰਧਾਂ ਤੋੜ ਕੇ ਕਰੋ ਸੇਵਾ, ਫੇਰ ਪ੍ਰਵਾਨ ਹੁੰਦੀ ਹੈ ਸੇਵਾ। ਤੇ ਸਾਧ ਸੰਗਤ ਜੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜਾਣੀ ਜਾਣਦੇ ਭਾਈ ਕਨਈਏ ਤੋਂ ਹੀ ਜਾਣਨਾ ਚਾਹੁੰਦੇ ਨੇ ਵੀ ਤੇ ਜੇ ਤੂੰ ਦੁਸ਼ਮਣ ਨੂੰ ਪਾਣੀ ਨਹੀਂ ਪਿਲਾ ਰਿਹਾ ਤੇ ਪਿਲਾ ਕਿਹਨੂੰ ਰਿਹਾ? ਤੇ ਸਤਿਗੁਰੂ ਤੋਂ ਲੁਕਿਆ ਥੋੜਾ ਕੁਛ। ਇਸ ਤਰ੍ਹਾਂ ਹੀ ਕਿਹਾ ਗੁਰੂ ਕਲਗੀਧਰ ਜੀ ਨੇ। ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣੇ ਜੀ, ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣੇ। ਗੁਰੂ ਮੇਰਾ ਅੰਤਰਜਾਮੀ ਹੈ ਪਿਆਰਿਆ, ਪਿਆਰਿਆ ਗੁਰੂ ਮੇਰਾ ਅੰਤਰਜਾਮੀ ਹੈ। ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣੇ, ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣੇ। ਸਤਿਗੁਰ ਅੰਤਰਜਾਮੀ ਹੈ ਪਿਆਰਿਆ, ਪਿਆਰਿਆ ਗੁਰੂ ਮੇਰਾ ਅੰਤਰਜਾਮੀ ਹੈ। ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣੇ, ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣੇ। ਸਤਿਗੁਰ ਅੰਤਰਜਾਮੀ ਹੈ ਪਿਆਰਿਆ, ਪਿਆਰਿਆ ਸਤਿਗੁਰ ਅੰਤਰਜਾਮੀ ਹੈ। ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣੇ, ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣੇ। ਸਭ ਦੇ ਦਿਲਾਂ ਦੀਆਂ ਜਾਣੇ, ਸਭ ਦੇ ਦਿਲਾਂ ਦੀਆਂ ਜਾਣੇ। ਸਭ ਦੇ ਦਿਲਾਂ ਦੀਆਂ ਜਾਣੇ, ਸਭ ਦੇ ਦਿਲਾਂ ਦੀਆਂ, ਸਭ ਦੇ ਦਿਲਾਂ ਦੀਆਂ ਜਾਣੇ। ਸਭ ਦੇ ਦਿਲਾਂ ਦੀਆਂ ਜਾਣੇ, ਸਭ ਦੇ ਦਿਲਾਂ ਦੀਆਂ ਜਾਣੇ। ਸਭ ਦੇ ਦਿਲਾਂ ਦੀਆਂ ਜਾਣੇ।
ਸਭ ਦੇ ਦਿਲਾਂ ਦੀਆਂ ਜਾਣੇ। ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣੇ ਬਈ, ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣੇ, ਸਭ ਦੇ ਦਿਲਾਂ ਦੀਆਂ ਜਾਣੇ ਬਈ, ਸਭ ਦੇ ਦਿਲਾਂ ਦੀਆਂ ਜਾਣੇ, 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 ਸਭ ਦੇ ਦਿਲਾਂ ਦੀਆਂ ਜਾਣੇ। ਗੁਰੂ ਮੇਰਾ ਅੰਤਰਜਾਮੀ ਹੈ ਪਿਆਰਿਆ, ਪਿਆਰਿਆ ਗੁਰੂ ਮੇਰਾ ਅੰਤਰਜਾਮੀ ਹੈ, ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣੇ, ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣੇ। ਗੁਰੂ ਮੇਰਾ ਅੰਤਰਜਾਮੀ ਹੈ ਪਿਆਰਿਆ, ਪਿਆਰਿਆ ਗੁਰੂ ਮੇਰਾ ਅੰਤਰਜਾਮੀ ਹੈ, ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣੇ, ਸਭ ਦੇ ਦਿਲਾਂ ਦੀਆਂ ਜਾਣੇ। ਗੁਰੂ ਮੇਰਾ ਅੰਤਰਜਾਮੀ ਹੈ ਪਿਆਰਿਆ, ਪਿਆਰਿਆ ਸਤਿਗੁਰ ਅੰਤਰਜਾਮੀ ਹੈ, ਉਹ ਤਾਂ ਸਭ ਦੇ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਤੇ ਸਾਧ ਸੰਗਤ ਜੀ, ਗੁਰੂ ਸਾਹਿਬ ਮਹਾਰਾਜ ਜਦੋਂ ਪੁੱਛਦੇ ਨਾ ਤੀਜੀ ਵਾਰ, ਤੇ ਭਾਈ ਕਨ੍ਹਈਆ ਕਹਿੰਦਾ ਮਹਾਰਾਜ ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਲਾਇਆ। ਸਤਿਗੁਰੂ ਕਹਿੰਦੇ ਕਿਹਨੂੰ ਪਿਲਾਇਆ? ਕਹਿੰਦਾ ਸੱਚੇ ਪਾਤਸ਼ਾਹ ਜੀ ਮੈਂ ਤਾਂ ਤੁਹਾਨੂੰ ਹੀ ਪਾਣੀ ਪਿਲਾਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਨੂੰ ਪਾਣੀ ਪਿਲਾਇਆ? ਸਤਿਗੁਰੂ ਪੁੱਛਦੇ ਨੇ, ਕਹਿੰਦਾ ਹਾਂਜੀ ਮਹਾਰਾਜ ਮੈਂ ਤਾਂ ਤੁਹਾਨੂੰ ਪਾਣੀ ਪਿਲਾਇਆ। ਸਿੱਖ ਫੇਰ ਬੋਲਦੇ ਸੱਚੇ ਪਾਤਸ਼ਾਹ ਝੂਠ ਬੋਲਦਾ ਹੈ, ਅੱਖਾਂ ਨਾਲ ਵੇਖਿਆ ਸੀ। ਤੇ ਫਿਰ ਮਹਾਰਾਜ ਪੁੱਛਦੇ ਕਨ੍ਹਈਆ ਸਾਨੂੰ ਕਿਵੇਂ ਪਾਣੀ ਪਿਲਾਇਆ ਤੂੰ? ਕਹਿੰਦਾ ਮਹਾਰਾਜ ਜੀ ਜਿੱਥੋਂ ਵੀ ਆਵਾਜ਼ ਆਉਂਦੀ ਸੀ ਪਾਣੀ ਦੀ, ਤੇ ਮੈਨੂੰ ਉਹ ਮੂੰਹ ਕਿਸੇ ਦੁਸ਼ਮਣ ਦਾ, ਕਿਸੇ ਸਿੱਖ ਦਾ ਨਹੀਂ ਸੀ ਨਜ਼ਰ ਆ ਰਿਹਾ। ਉਹ ਮੂੰਹ ਮੈਨੂੰ ਕਦੇ ਕਿਸੇ ਮੁਗਲ ਦਾ, ਕਿਸੇ ਮੁਸਲਮਾਨ ਦਾ ਨਹੀਂ ਸੀ ਆ ਰਿਹਾ ਨਜ਼ਰ, ਕਿਸੇ ਹਿੰਦੂ ਦਾ ਨਹੀਂ ਸੀ ਆ ਰਿਹਾ। ਜਿਸ ਮੂੰਹ ਤੋਂ ਆਵਾਜ਼ ਪਾਣੀ ਦੀ ਪੁਕਾਰ ਦੀ ਆ ਰਹੀ ਸੀ, ਮੈਨੂੰ ਇਉਂ ਲੱਗਦਾ ਸੀ ਮੈਥੋਂ ਤੁਸੀਂ ਪਾਣੀ ਮੰਗ ਰਹੇ ਹੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਮੈਂ ਤਾਂ ਤੁਹਾਨੂੰ ਹੀ ਬੁਲਾਇਆ। ਤੇ ਸਤਿਗੁਰੂ ਕਹਿੰਦੇ ਕਿੱਥੋਂ ਸਿੱਖਿਆ ਇਸ ਤਰ੍ਹਾਂ ਦਾ, ਤੂੰ ਕਿੱਥੋਂ ਸਿੱਖਿਆ? ਤੇ ਭਾਈ ਕਨ੍ਹਈਆ ਜੀ ਕਹਿੰਦੇ ਮਹਾਰਾਜ ਜੀ ਤੁਹਾਡੇ ਹੀ ਦਰ ਤੋਂ ਸਿੱਖਿਆ। ਬਿਸਰ ਗਈ ਸਭ ਤਾਤ ਪਰਾਈ। ਮਹਾਰਾਜ ਜੀ ਮੇਰੇ ਅੰਦਰੋਂ ਤਾਤ ਪਰਾਈ, ਈਰਖਾ ਦਵੈਤ ਉਦੋਂ ਹੀ ਨਿਕਲ ਗਈ ਸੀ ਜਬ ਤੇ ਸਾਧ ਸੰਗਤ ਮੋਏ ਪਾਏ। ਜਦੋਂ ਤੋਂ ਤੁਹਾਡੀ ਸੰਗਤ ਪ੍ਰਾਪਤ ਹੋਈ, ਜਦੋਂ ਤੋਂ ਤੁਹਾਡੇ ਚਰਨਾਂ ਦੇ ਵਿੱਚ ਬਹਿਣ ਦਾ ਸਮਾਂ ਪ੍ਰਾਪਤ ਹੋਇਆ, ਤੁਹਾਡੀ ਸੰਗਤ ਦੇ ਵਿੱਚੋਂ ਮੈਂ ਸਿੱਖਿਆ ਵੀ ਦਵੈਤ ਦੀਆਂ ਕੰਧਾਂ ਕਿਵੇਂ ਤੋੜਨੀ ਹੈ, ਕਿਵੇਂ ਸਾਰੇ ਇੱਕ ਨੇ। ਮਹਾਰਾਜ ਜੀ ਤੁਹਾਡੇ ਤੋਂ ਸਿੱਖਿਆ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ। ਹੁਣ ਪਤਾ ਲੱਗ ਗਿਆ ਮਹਾਰਾਜ ਜੀ, ਕੀ ਪਤਾ ਲੱਗ ਗਿਆ? ਨਾ ਕੋ ਵੈਰੀ ਨਹੀਂ ਬੇਗਾਨਾ, ਨਾ ਕੋ ਵੈਰੀ ਨਹੀਂ ਬੇਗਾਨਾ, ਨਾ ਕੋ ਵੈਰੀ ਨਹੀਂ ਬੇਗਾਨਾ, ਨਾ ਕੋਈ ਵੈਰੀ ਨਹੀਂ ਬੇਗਾਨਾ, ਨਾ ਕੋ ਵੈਰੀ ਨਹੀਂ ਬੇਗਾਨਾ, ਨਾ ਕੋ ਵੈਰੀ ਨਹੀਂ ਬੇਗਾਨਾ, ਨਾ ਕੋ ਵੈਰੀ ਨਹੀਂ ਬੇਗਾਨਾ, ਨਾ ਕੋਈ ਵੈਰੀ ਨਹੀਂ ਬੇਗਾਨਾ, ਨਾ ਕੋਈ ਵੈਰੀ ਨਹੀਂ ਬੇਗਾਨਾ, ਵੈਰੀ ਨਹੀਂ ਬੇਗਾਨਾ, ਨਹੀਂ ਬੇਗਾਨਾ, ਨਾ ਕੋ ਵੈਰੀ ਨਹੀਂ ਬੇਗਾਨਾ, ਨਾ ਕੋ ਵੈਰੀ ਨਹੀਂ ਬੇਗਾਨਾ, ਨਾ ਕੋ ਵੈਰੀ ਨਹੀਂ ਬੇਗਾਨਾ, ਵੈਰੀ ਨਹੀਂ ਬੇਗਾਨਾ, ਨਾ ਕੋ ਵੈਰੀ ਨਹੀਂ ਬੇਗਾਨਾ, ਨਹੀਂ ਬੇਗਾਨਾ, ਨਾ ਕੋ ਵੈਰੀ 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 ਨਹੀਂ ਬੇਗਾਨਾ। सगल संग हमको बन आई, सगल संग हमको बन आई,
सगल संग हमको बन आई, सगल संग हमको बन आई। सगल संग हमको बन आई, 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 को बन आई, सगल संग हमको बन आई, सगल संग हमको बन आई, सगल संग हमको बन आई। ना दिसे बेगाना जी, ना को वैरी, ना को वैरी, दिसे बेगाना जी, ना को वैरी, ना को वैरी, दिसे बेगाना जी, ना को वैरी, ना को वैरी, ना दिसे बेगाना जी, ना को वैरी, ना को वैरी, बेगाना जी, ना को वैरी, ना को वैरी, ना दिसे बेगाना जी, ना को वैरी, ना को वैरी। बिसर गई सब तात पराई, जब ते साध संगत मोह पाई, ना को वैरी नहीं बेगाना, सगल संग हमको बन आई। कहना महाराज जी ਤੁਹਾਡੀ ਸੰਗਤ ਚੋਂ ਸਾਰਾ ਕੁਝ ਮਿਲਿਆ ਤੇ ਧੰਨ ਗੁਰੂ ਕਲਗੀਧਰ ਮਾਰ ਨੇ ਗਲਵਕੜੀ 'ਚ ਲੈ ਲਿਆ ਭਾਈ ਕਨਈਏ ਨੂੰ ਤੇ ਸਿੱਖਾਂ ਨੂੰ ਸੰਬੋਧਨ ਕਰਕੇ ਗੁਰੂ ਕਲਗੀਧਰ ਜੀ ਕਹਿੰਦੇ ਸਿੱਖੋ ਇਹ ਭਾਈ ਕਨਈਏ ਨੂੰ ਸਿੱਖੀ ਦੀ ਸਮਝ ਪੈ ਗਈ ਜਿਹੜੀ ਤੁਹਾਨੂੰ ਨਹੀਂ ਪਈ ਹਲੇ ਤੱਕ। ਇੱਕ ਭਾਈ ਕਨਈਆ ਸਮਝ ਗਿਆ ਵੀ ਸਿੱਖੀ ਕਿੱਥੇ ਵੱਸਦੀ ਹੈ, ਭਾਵ ਸਿੱਖੀ ਦੇ ਵਿੱਚ ਕੋਈ ਵੈਰੀ ਤੇ ਬੇਗਾਨਾ ਨਹੀਂ। ਆ ਜਿਹੜੇ ਖਾਲਸਾ ਏਡ ਵਾਲੇ ਨੇ ਨਾ, ਸਮਾਪਤੀ ਕਰਾਂ ਮੈਂ, ਉਹ ਵੀ ਨਹੀਂ ਵੇਖਦੇ ਬਈ ਕੌਣ ਕੀ ਹੈ ਕੌਣ ਕੀ ਨਹੀਂ ਹੈ। ਭਾਈ ਰਵੀ ਸਿੰਘ ਹੈ ਉਹਨਾਂ ਦਾ ਨਾਂ, ਜਿਹੜੇ ਮੋਢੀ ਨੇ, ਉਹ ਸਾਧ ਸੰਗਤ ਜੀ ਜਿੱਥੇ ਵੀ ਕਿਤੇ ਭੀੜ ਬਣਦੀ ਹੈ ਉੱਥੇ ਜਾ ਜਾ ਕੇ ਰਾਸ਼ਨ ਲੰਗਰ ਉਹ ਵਸਤੂਆਂ ਪਹੁੰਚਾਉਂਦੇ ਨੇ ਜਿਹੜੀਆਂ ਕਿਸੇ ਕਿਸੇ ਨੇ ਵੇਖੀਆਂ ਵੀ ਨਹੀਂ ਹੁੰਦੀਆਂ। ਇੱਕ ਸਾਧ ਸੰਗਤ ਜੀ ਗੁਰੂ ਸਾਹਿਬਾਨਾਂ ਤੋਂ ਸਾਨੂੰ ਸੇਧ ਮਿਲੀ ਹੈ ਸਿੱਖੀ ਦੀ, ਲੋਕ ਭਲਾਈ ਦੀ, ਸੇਵਾ ਦੀ, ਖਾਸ ਕਰਕੇ ਵੰਡ ਕੇ ਛਕਣ ਦੀ। ਤੇ ਵੰਡ ਛਕਣ ਦੇ ਵਿੱਚ ਲੰਗਰ ਵੀ ਆਉਂਦਾ, ਭੰਡਾਰੇ ਆਉਂਦੇ, ਲੰਗਰ ਆਉਂਦੇ, ਹੋਰ ਵੀ ਸਾਧ ਸੰਗਤ ਜੀ ਬਹੁਤ ਸਾਰੀਆਂ ਚੀਜ਼ਾਂ ਸੇਵਾ 'ਚ ਆਉਂਦੀਆਂ ਜਿਹੜੀਆਂ ਸਿੱਖ ਕਰਕੇ ਗੁਰੂ ਦੀ ਖੁਸ਼ੀ ਲੈਂਦਾ। ਸੋ ਭਾਈ ਮਹਾਂਪੁਰਖਾਂ ਵੱਲੋਂ ਬਾਬਾ ਧਰਮਪਾਲ ਸਿੰਘ ਉਹਨਾਂ ਵੱਲੋਂ ਇਹ ਉਪਰਾਲਾ ਹੁਕਮ ਹੋਇਆ ਸੀ, ਹਾਜ਼ਰੀ ਭਰੀ ਹੈ। ਬੇਅੰਤ ਭੁੱਲਾਂ ਹੋ ਜਾਂਦੀਆਂ ਗੁਰੂ ਕੀ ਬਾਣੀ, ਇਤਿਹਾਸ ਪੜ੍ਹਦਿਆਂ ਸੁਣਦਿਆਂ ਸੰਗਤ ਔਰ ਸਤਿਗੁਰੂ ਬਖਸ਼ਣਯੋਗ ਹੈ। ਸਾਰੀਆਂ ਸੰਗਤਾਂ ਦਾ, ਮਹਾਂਪੁਰਖਾਂ ਦਾ, ਸਾਰਿਆਂ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ। ਆਓ ਹੁਣ ਆਪਾਂ ਆਨੰਦ ਸਾਹਿਬ ਪੜ੍ਹਨਾ, ਆਨੰਦ ਸਾਹਿਬ ਦੇ ਵਿੱਚ ਜੁੜੀਏ। ਅਰਦਾਸ ਹੋਵੇਗੀ ਗੁਰੂ ਸਾਹਿਬ ਦੇ ਹੁਕਮਨਾਮੇ, ਉਸ ਤੋਂ ਬਾਅਦ ਗੁਰੂ ਸਾਹਿਬ ਤੋਂ ਆਗਿਆ ਲੈਣੀ ਹੈ। ਸਾਰੇ ਆਨੰਦ ਸਾਹਿਬ 'ਚ ਪਿਆਰ ਸਤਿਕਾਰ ਨਾਲ ਜੁੜੋ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਸ਼ਬਦ ਤਾਂ ਗਮ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗਲਾ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ
ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚੇ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਹਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨੀ ਕੀਤਾ ਗੁਰੂ ਬਿਟੋ ਜਿਸ ਦੀ ਆਏ ਵਡਿਆਈਆਂ ਕਹੈ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਜ ਸ਼ਬਦ ਤਿਤ ਘਰ ਸਭਾਗੈ ਘਰ ਸਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਔਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰ ਕੈ ਲਾਕੇ ਕਹੈ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਬੜ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲੇ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਹੈ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਬਾਜੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।